गेट पंजाबी दे दानश्वर दर्शकों ते सुचेत ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਕੁਝ ਚਲੰਤ ਮਸਲੇ ਜਿਹੜੀਆਂ ਕੁਝ ਸੁਰਖੀਆਂ ਹਨ, ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਹਨ ਔਰ ਸ਼ਾਇਦ ਬਹੁਤ ਤੇਜ਼ੀ ਦੇ ਨਾਲ ਬਹੁਤ ਕੁਝ ਵਾਪਰ ਰਿਹਾ ਹੈ। ਵੈਸੇ ਤਾਂ ਸੰਸਾਰ ਦਾ ਘਟਨਾ ਚੱਕਰ ਬਹੁਤ ਤੇਜ਼ੀ ਦੇ ਨਾਲ ਅੱਗੇ ਵੱਧਦਾ ਜਾਂਦਾ ਹੈ ਔਰ ਅੱਜ ਦੀਆਂ ਗੱਲਾਂ ਇਤਿਹਾਸ ਬਣਦੀਆਂ ਜਾਂਦੀਆਂ ਹਨ, ਪਰ ਫਿਰ ਵੀ ਲੱਗ ਰਿਹਾ ਹੈ ਕਿ ਹੁਣ ਘਟਨਾਵਾਂ ਕਾਫੀ ਮੁੱਖ ਰੂਪ ਵਿੱਚ ਸਾਹਮਣੇ ਆ ਰਹੀਆਂ ਹਨ। ਸ਼ਾਇਦ ਉਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਥੋੜ੍ਹੇ ਚਿਰ ਵਿੱਚ ਦੇਸ਼ ਦੇ ਵਿੱਚ, ਹਿੰਦੁਸਤਾਨ ਵਿੱਚ ਆਮ ਚੋਣਾਂ ਹੋਣੀਆਂ ਹਨ, ਜਿਹਦੇ ਕਰਕੇ ਕਾਫੀ ਗਹਿਮਾ ਗਹਿਮੀ ਵੀ ਹੈ ਔਰ ਹਰ ਕਿਸਮ ਦੇ ਭਾਂਤ ਦੀਆਂ ਪਾਰਟੀਆਂ, ਰੰਗ ਬਿਰੰਗੇ ਲੀਡਰ ਉਹ ਸਾਰੇ ਸਾਹਮਣੇ ਆ ਰਹੇ ਹਨ। ਕਈ ਵਾਅਦੇ ਕਰ ਰਹੇ ਹਨ, ਕਈ ਟਿੱਪਣੀਆਂ ਕਰ ਰਹੇ ਹਨ ਔਰ ਉਸ ਦੇ ਨਾਲ ਸ਼ਾਇਦ ਮਾਹੌਲ ਦੇ ਵਿੱਚ ਕੁਦਰਤੀ ਤੌਰ ਦੇ ਉੱਤੇ ਗਰਮਾਇਸ਼ ਆਉਣੀ ਜ਼ਰੂਰੀ ਹੈ। ਔਰ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਰਾਜਨੀਤੀ ਸਰਗਰਮ ਹੋਈ ਹੈ, ਸਰਕਾਰ, ਐਕਟਿਵਿਸਟ, ਅਪੋਜੀਸ਼ਨ ਸ਼ਾਇਦ ਇੱਕ ਦੂਜੇ ਦੇ ਉੱਤੇ ਹਾਵੀ ਹੋ ਗਏ। ਇਹ ਨਹੀਂ ਪਤਾ ਲੱਗ ਰਿਹਾ ਕਿ ਅਪੋਜੀਸ਼ਨ ਕੀ ਹੈ ਤੇ ਸਰਕਾਰੀ ਤੰਤਰ ਕੀ ਹੈ। ਚੰਦ ਦਿਨਾਂ ਵਿੱਚ ਗਣਤੰਤਰ ਦਿਵਸ, ਰਿਪਬਲਿਕ ਡੇ ਮਨਾਇਆ ਜਾਣਾ ਹੈ ਹਿੰਦੁਸਤਾਨ ਵਿੱਚ, ਜਿਸ ਦੇ ਵਿੱਚ ਕਾਫੀ ਵੱਡੀ ਤਾਦਾਦ ਵਿੱਚ ਆਪਣੀ ਫੌਜੀ ਸ਼ਕਤੀ ਦਾ, ਮਹਾਰਤ ਦਾ ਵਿਖਾਵਾ ਕੀਤਾ ਜਾਂਦਾ ਹੈ, ਐਗਜ਼ਿਬਿਟ ਕੀਤਾ ਜਾਂਦਾ ਹੈ। ਉਹ ਸਾਰਾ ਕੁਝ ਦਿੱਲੀ ਦੇ ਵਿੱਚ ਹੋਣਾ ਹੈ। ਪਰ ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਜਿਨ੍ਹਾਂ ਦਾ ਰਾਜਨੀਤੀ ਦੇ ਪਟਲ ਦੇ ਉੱਤੇ ਆਉਣਾ ਹੀ ਬੜੀ ਵੱਡੀ ਇੱਕ ਕਰਿਸ਼ਮਾ ਕਿਹਾ ਜਾ ਸਕਦਾ, ਜਿਹੜਾ ਕਦੇ ਵੀ ਕਿਸੇ ਨੇ ਸੋਚਿਆ ਵੀ ਨਹੀਂ ਸੀਗਾ ਔਰ ਉਹਨਾਂ ਦੇ ਆਉਣ ਕਰਕੇ ਰਾਜਨੀਤੀ ਪੂਰੀ ਤਰ੍ਹਾਂ ਗਰਮਾ ਗਈ। ਸਿਰਫ ਉਹਨਾਂ ਨੂੰ 21 ਦਿਨ ਹੀ ਹੋਏ ਹਨ, ਪਰ ਜਿਸ ਐਕਟਿਵਿਜ਼ਮ ਔਰ ਜਿਸ ਤੇਜ਼ੀ ਦੇ ਨਾਲ ਉਹਨਾਂ ਨੇ ਤਬਦੀਲੀਆਂ ਕਰਨੀਆਂ ਚਾਹੀਆਂ, ਉਹ ਕੁਦਰਤੀ ਤੌਰ ਦੇ ਉੱਤੇ ਕਿਸੇ ਨੂੰ ਪ੍ਰਵਾਨ ਨਹੀਂ ਸੀ ਹੋ ਰਹੀਆਂ। ਸੋ ਇਸ ਸਾਰੇ ਵਰਤਾਰੇ ਦੇ ਵਿੱਚ ਦਿੱਲੀ ਦੀ ਹਾਲਤ ਕਾਫੀ ਚਿੰਤਾਜਨਕ ਵੀ ਹੈ, ਗੰਭੀਰ ਵੀ ਹੈ ਔਰ ਜਿਸ ਨੇ ਸ਼ਾਇਦ ਇਹ ਵੀ ਪ੍ਰਸ਼ਨ ਚਿੰਨ੍ਹ ਲਗਾ ਦਿੱਤੇ ਹਨ ਕਿ ਕੀ ਕੇਜਰੀਵਾਲ ਦੀ ਸਰਕਾਰ ਨੂੰ ਕੋਈ ਖਤਰਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਬਣੀ ਹੈ ਉਹ ਰਹੇਗੀ ਜਾਂ ਉਸ ਨੂੰ ਬਰਖਾਸਤ ਕਰ ਦਿੱਤਾ ਜਾਏਗਾ। ਔਰ ਦੂਸਰੀ ਵੱਡੀ ਗੱਲ ਹੈ ਕਿ ਜੇਕਰ ਉਹ ਬਰਖਾਸਤ ਹੋ ਵੀ ਜਾਂਦੀ ਹੈ ਤਾਂ ਉਸ ਦਾ ਅਸਰ ਕੀ ਪਏਗਾ। ਸੋ ਇਹ ਸਾਰੀਆਂ ਗੱਲਾਂ ਹਨ। ਪਰ ਇਸ ਦੇ ਨਾਲ ਹੀ ਵਤਨ ਦੀ ਗੱਲ ਕਰੀਏ, ਪੰਜਾਬ ਦੇ ਵਿੱਚੋਂ ਵੀ ਜਿਹੜੀਆਂ ਖਬਰਾਂ ਆ ਰਹੀਆਂ ਹਨ ਉਹ ਵੀ ਕਾਫੀ ਗੰਭੀਰ ਹਨ ਔਰ ਜਿਨ੍ਹਾਂ ਦੀ ਕਾਫੀ ਚਰਚਾ ਹੈ। ਖਾਸ ਕਰਕੇ ਹਿਊਮਨ ਰਾਈਟਸ ਕਾਊਂਸਲ, ਉਹਨਾਂ ਨੇ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਕੀਤੇ ਹੋਏ ਕਤਲਾਂ ਦੀ ਗੱਲ ਵੀ ਕੀਤੀ ਹੈ, ਜਿਹਦੇ ਵਿੱਚ ਸਰਕਾਰ ਦੀ ਸ਼ਮੂਲੀਅਤ ਦਾ ਦੋਸ਼ ਲਗਾਇਆ ਗਿਆ, ਜਿਹੜੀ ਪੰਜਾਬ ਸਰਕਾਰ ਲਈ ਕਾਫੀ ਨਮੋਸ਼ੀ ਦਾ ਕਾਰਨ ਵੀ ਬਣ ਸਕਦੀ ਹੈ ਔਰ ਜਿਸ ਦਾ ਜਵਾਬ ਵੀ ਦੇਣਾ ਪੈਣਾ। ਹੋਰ ਵੀ ਬਹੁਤ ਛੋਟੇ ਛੋਟੇ ਮਸਲੇ ਹਨ ਔਰ ਅੱਜ ਸਾਡੀ ਕੋਸ਼ਿਸ਼ ਹੋਏਗੀ ਕਿ ਪੰਜਾਬ ਤੋਂ ਸਾਡੇ ਮਿੱਤਰ ਟਾਈਮਜ਼ ਆਫ ਇੰਡੀਆ ਦੇ IP ਸਿੰਘ, ਜਿਹੜੇ ਕਿ ਬਹੁਤ ਹੀ ਸ਼ਿੱਦਤ ਦੇ ਨਾਲ ਉਹਨਾਂ ਮਸਲਿਆਂ ਨੂੰ ਗੰਭੀਰਤਾ ਦੇ ਨਾਲ ਵੇਖਦੇ ਹਨ ਔਰ ਇੰਜ ਜਾਪਦਾ ਹੈ ਜਿਵੇਂ ਉਹਨਾਂ ਮਸਲਿਆਂ ਦੇ ਵਿੱਚੋਂ ਨਿੱਠ ਕੇ ਬਹਿ ਜਾਂਦੇ ਹਨ ਤੇ ਫਿਰ ਉਸ ਦੇ ਬਾਅਦ ਆਪਣੀ ਰਿਪੋਰਟਿੰਗ ਕਰਦੇ ਹਨ। ਜਿਸ ਤਰੀਕੇ ਦੇ ਨਾਲ ਉਹਨਾਂ ਦੀ ਰਿਪੋਰਟਿੰਗ ਹੈ ਉਹ ਕਾਫੀ ਗੰਭੀਰ ਵੀ ਹੁੰਦੀ ਹੈ, ਪਰ ਉਸ ਦੇ ਨਾਲ ਉਹ ਥਾਟ ਪ੍ਰੋਵੋਕਿੰਗ, ਜਿਸ ਨੂੰ ਕਿਹਾ ਜਾਂਦਾ ਹੈ, ਚੇਤਨਤਾ ਨੂੰ ਹਲੂਣਾ ਵੀ ਦਿੰਦੀ ਹੈ। ਸਾਡੀ ਕੋਸ਼ਿਸ਼ ਹੋਏਗੀ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰੀਏ ਔਰ ਛੋਟੇ ਛੋਟੇ ਮਸਲਿਆਂ ਦੇ ਉੱਤੇ ਉਹਨਾਂ ਦੇ ਨਾਲ ਗੱਲਬਾਤ ਕਰ ਸਕੀਏ। ਥੋੜ੍ਹੇ ਸਮੇਂ ਦੇ ਨਾਲ ਗੱਲ ਕਰਾਂਗੇ, ਪਰ ਇਸ ਤੋਂ ਪਹਿਲੇ
कुछ सुर्खियां की गल तुहाडे नाल जरूर करनी चाहांगे। 1984 जिहड़ा एक ऐसा नासूर है जिहड़ा कदे भी नहीं मुकना, कदे भी नहीं मद्धम पैना, जिस दे बारे कहा जा सकता है लम्हों ने खता की है, सदियों ने सज़ा पाई है। 1984 की ऐदकी इस साल 30वीं वरेगंढ है और साका नीला तारा या कल्लूकारा दिवस की ਅਤੇ दिल्ली ਦੇ ਵਿੱਚ ਹੋਏ ਕਤਲੇਆਮਾਂ ਨੇ। ਪਰ ਇਹ ਦੋਨੋਂ ਹੀ ਜਿਹੜੇ ਸਰਕਾਰੀ ਪੱਧਰ ਦੇ ਉੱਤੇ ਕਾਰਵਾਈਆਂ ਕੀਤੀਆਂ ਗਈਆਂ ਔਰ ਉਸ ਦੇ ਬਾਅਦ ਸਰਕਾਰ ਵੱਲੋਂ ਵਾਈਟ ਪੇਪਰ ਵੀ ਜਾਰੀ ਕੀਤੇ ਗਏ, ਰਿਪੋਰਟਾਂ ਵੀ ਦਿੱਤੀਆਂ ਗਈਆਂ, ਪਰ ਉਹ ਨਿਰਾ ਝੂਠ ਦਾ ਪੁਲੰਦਾ ਸੀ। ਉਹਨਾਂ ਦਾ ਕੰਮ ਤੱਥਾਂ ਨੂੰ ਛੁਪਾਉਣਾ ਸੀ, ਲੁਕਾਉਣਾ ਸੀ, ਨਾ ਕਿ ਜ਼ਾਹਿਰ ਕਰਨਾ ਸੀ। ਪਰ ਕਤਲ ਸੱਚ ਉਜਾਗਰ ਹੋ ਕੇ ਰਹਿੰਦਾ ਹੈ। ਹੁਣ ਜਿਹੜੀਆਂ ਰਿਪੋਰਟਾਂ ਬਰਤਾਨੀਆ ਤੋਂ, ਇੰਗਲੈਂਡ ਤੋਂ ਆਈਆਂ ਕਿ ਸ਼੍ਰੀਮਤੀ ਇੰਦਰਾ ਗਾਂਧੀ ਨੇ ਉਸ ਵੇਲੇ ਦੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਮਾਰਗਰਟ ਥੈਚਰ ਤੋਂ ਮਦਦ ਮੰਗੀ ਸਾਕਾ ਨੀਲਾ ਤਾਰਾ ਲਈ, ਦਰਬਾਰ ਸਾਹਿਬ ਦੇ ਉੱਤੇ ਹੋਏ ਹਮਲੇ ਲਈ, ਔਰ ਉਹਨਾਂ ਨੇ ਮਦਦ ਦਿੱਤੀ। ਕਿੰਨੀ ਦਿੱਤੀ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਸੀ, ਕਿਉਂਕਿ ਇੱਕ ਪਾਸੇ ਤਾਂ ਬਰਤਾਨੀਆ ਆਪਣੇ ਆਪ ਨੂੰ ਹਿਊਮਨ ਰਾਈਟਸ ਦਾ ਲੰਬਰਦਾਰ ਕਹਿ ਕੇ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ ਜਗ੍ਹਾ ਵੀ ਦੇ ਰਿਹਾ ਸੀ, ਅਸਾਈਲਮ ਵੀ ਦੇ ਰਿਹਾ ਸੀ, ਔਰ ਦੂਸਰੇ ਪਾਸੇ ਸਰਕਾਰ ਦੇ ਨਾਲ, ਭਾਰਤ ਸਰਕਾਰ ਦੇ ਨਾਲ ਮਦਦ ਵੀ ਕਰ ਰਿਹਾ ਸੀ ਔਰ ਸਪੋਰਟ ਵੀ ਦੇ ਰਿਹਾ ਸੀ। ਇਹ ਕਿੱਥੇ ਤੱਕ ਸੀ? ਜਦੋਂ ਇਹ ਸਾਹਮਣੇ ਮਾਮਲਾ ਆਇਆ, ਡਾਕੂਮੈਂਟਸ 30 ਸਾਲ ਦੇ ਬਾਅਦ ਜਦੋਂ ਬਾਹਰ ਆਏ, ਤਾਂ ਉੱਥੋਂ ਦੇ ਪ੍ਰਧਾਨ ਮੰਤਰੀ ਕੈਮਰਨ ਨੇ ਇਹ ਮੰਨਿਆ ਕਿ ਇਹ ਜੋ ਡਾਕੂਮੈਂਟਸ ਰਿਲੀਜ਼ ਹੋਏ ਹੈ ਇਸ ਦੀ ਪੂਰੀ ਜਾਣਕਾਰੀ ਲਈ ਜਾਏਗੀ। ਹੁਣ ਇੱਕ ਹੋਰ ਮੈਂਬਰ ਆਫ ਪਾਰਲੀਮੈਂਟ ਮੈਕਫੈਡਨ ਨੇ ਡੇਵਿਡ ਕੈਮਰਨ ਦੇ ਉੱਤੇ ਪੂਰਾ ਦਬਾਅ ਪਾਇਆ ਹੈ ਕਿ ਉਹ ਪੂਰੀ ਦੱਸਣ ਕਿ ਇਹ 1984 ਵਿੱਚ ਇੰਗਲੈਂਡ ਦਾ ਕਿੱਥੇ ਤੱਕ ਹੱਥ ਸੀ, ਕਿਉਂਕਿ ਇਸ ਦੇ ਨਾਲ ਦੁੱਖ, ਅਫਸੋਸ ਤੇ ਦਰਦ ਪੈਦਾ ਹੋਇਆ ਹੈ। ਇਹ ਮੈਕਫੈਡਨ ਦਾ ਕਹਿਣਾ ਹੈ ਔਰ ਉਸ ਦੇ ਉੱਤੇ ਕਾਫੀ ਗੰਭੀਰਤਾ ਦੇ ਨਾਲ ਪ੍ਰਧਾਨ ਮੰਤਰੀ ਨੇ ਇਤਨੇ ਸਪਸ਼ਟ ਤਰੀਕੇ ਦੇ ਨਾਲ ਕਿਹਾ ਹੈ ਕਿ ਜਿਹੜਾ ਵੀ ਵਿਅਕਤੀ ਦਰਬਾਰ ਸਾਹਿਬ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂਦਾ ਹੈ, ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ, ਔਰ ਜਿਹੜੀ ਉੱਥੇ ਉਸ ਨੂੰ ਸ਼ਾਂਤੀ ਮਿਲਦੀ ਹੈ, ਮਨ ਦਾ ਸਕੂਨ ਮਿਲਦਾ ਹੈ ਔਰ ਅਧਿਆਤਮਿਕ ਤੌਰ ਤੇ ਜੋ ਉਹ ਸਕੂਨ ਮਹਿਸੂਸ ਕਰਦਾ ਹੈ, ਉਹ ਸਿੱਖਾਂ ਲਈ ਔਰ ਮਾਨਵਤਾ ਲਈ ਬਹੁਤ ਹੀ ਅਹਿਮ ਸਥਾਨ ਹੈ। ਔਰ ਉਹਨਾਂ ਨੇ ਇਹ ਵੀ ਯਕੀਨ ਦਿਵਾਇਆ ਕਿ ਮੈਂ ਯਕੀਨ ਦਿਵਾਉਂਦਾ ਕਿ ਅਸੀਂ ਇਨਕੁਆਇਰੀ ਪੂਰੀ ਪ੍ਰੋਪਰਲੀ ਕਰਾਂਗੇ ਔਰ ਉਸ ਦੀ ਰਿਪੋਰਟ ਪੂਰੀ ਪਬਲਿਕ ਕੀਤੀ ਜਾਏਗੀ, ਜਗ ਜ਼ਾਹਿਰ ਕੀਤੀ ਜਾਏਗੀ ਔਰ ਇਸ ਦੇ ਵਿੱਚ ਕੋਈ ਗੱਲ ਨਹੀਂ ਲੁਕਾਈ ਜਾਏਗੀ। ਔਰ ਜਿਹੜੇ ਵੀ ਦੋਸ਼ੀ ਹੋਣਗੇ, ਜਿਨ੍ਹਾਂ ਦਾ ਵੀ ਉਹਦੇ ਵਿੱਚ ਹੱਥ ਹੋਏਗਾ, ਅਸੀਂ ਉਹ ਸਾਰੇ ਦਾ ਸਾਰਾ ਉਜਾਗਰ ਕਰਾਂਗੇ। ਕੀ ਆਸ ਕੀਤੀ ਜਾਏ ਕਿ ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਦਾ ਇਤਨਾ ਸਪਸ਼ਟ ਤੌਰ ਦੇ ਉੱਤੇ ਐਲਾਨ ਕਰਨਾ, ਇਹ ਕੀ ਕੋਈ ਸ਼ੱਕ ਰਹਿੰਦਾ ਹੈ ਕਿ ਉਹ ਇਸ ਦੇ ਉੱਤੇ ਕਾਰਵਾਈ ਨਾ ਕਰਨ? ਤੁਹਾਨੂੰ ਕੀ ਲੱਗਦਾ ਹੈ ਕਿ ਕੀ ਉਹ ਵਾਕਈ ਹੀ ਆਪਣੀ ਇਸ ਗੱਲ ਦੇ ਉੱਤੇ ਪੂਰੇ ਉਤਰਨਗੇ? ਕਿਉਂਕਿ ਅਜੇ ਤੱਕ ਭਾਰਤ ਨੇ ਇੰਨੇ ਸਾਲ ਬੀਤ ਜਾਣ ਦੇ ਬਾਅਦ ਹਾਲੇ ਤੱਕ ਉਸ ਗੱਲ ਦਾ ਰੌਲਾ ਹੈ ਕਿ ਜਿਹੜਾ ਦਰਬਾਰ ਸਾਹਿਬ ਦੇ ਵਿੱਚੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਮਾਨ ਫੌਜ ਲੈ ਗਈ ਸੀ, ਉਹ ਵਾਪਸ ਮਿਲੇਗਾ ਨਹੀਂ ਮਿਲੇਗਾ? ਕਿਉਂਕਿ ਸਰਕਾਰ ਕਦੀ ਕਹਿੰਦੀ ਹੈ ਵਾਪਸ ਦੇ ਦਿੱਤਾ ਹੈ, ਕਦੀ ਕਹਿੰਦੇ ਲੈ ਕੇ ਨਹੀਂ ਗਏ, ਕਦੀ ਕਹਿੰਦੇ ਸਾੜ ਦਿੱਤਾ ਹੈ। ਸੋ ਸੱਚ ਜਿਹੜਾ ਹੈ ਇਹ ਕਦੋਂ ਵਾਪਸ ਆਏਗਾ,
सच पता लगेगा भी कि नहीं पता लगेगा, क्योंकि भारत सरकार इत्थों के आगू वो तो ये कह रहे हैं कि इसनूं तुसीं भुल जाओ और भुला दो। होर तो होर सिख आगू भी उन्होंने भी सोड़ी राजनीति का सबूत दिंदियां होया दिल्ली हाई कोर्ट दे विच एक दरखास्त भी दिती, उहदे विच भी कहा सी कि सिख 1984 नूं भुल चुके हैं और जेकर हुण इस गल नूं दोबारा कुरेदिया जांदा है, जे फिर उजागर किया जाता है तो फिर जख्म हरे होणगे, इस करके इस नूं भुला दिता जाए। कि तुहानूं जापदा है इतिहास नूं इस तरीके दे नाल दबाया जा सकता है कि किसी प्रैशर कुकर नूं मिलटरी दे बूट दे नाल दबा के उसकी स्टीम नूं रोकिया जा सकता है, उसकी पाप रोकी जा सकती है। इंसाफ देण दे नाल वो गल मुकदी है, ना कि इस तरीके दे नाल उस गल नूं दबा देण दे नाल। सो ये बहुत ही अहम है और आने वाले समय दे विच इस साल जो कि जदों इहदियां 30वीं वरेगंढ मनाई जानी है, याद किया जाना है, उन्हां शहीदां नूं याद किया जाना है, उहदे कारणों का विश्लेषण होना है। इंग्लैंड का कानून है कि 30 साल के बाद वो सारे डॉक्यूमेंट, वो सारी जो भी उन्हां दे डॉक्यूमेंट सन वो जग जाहिर कर दिते जाते हैं। कानून तो हिंदुस्तान दे विच भी है, पर की इत्थे होएगा, कि ये हो सकेगा कि 1984 दे सारे दस्तावेज़ भारत सरकार पब्लिक कर दवे, जाहिर कर दवे और अपने आप नूं सुरखरू करे। कि ये लगता है ऐसा घट्टो घट हिंदुस्तान दे विच हो सकेगा या एक बहुत दूर दा सुपना ये लैण वाली गल है। दूसरी एक खबर चंगी है। राहुल गांधी ने जैन कम्यूनिटी की एक मंग नूं मान लिया कि वो हिंदू नहीं हैं, वो अपने आप नूं हिंदू नहीं कहवाना चाहते और उन्होंने एक घट गिणती के तौर के उत्ते मंजूरी दी जाए। और राहुल गांधी का यह कहना है कि ये इन्हां दी बड़े चिर दी मंग सी और इस करके असीं ये मंग इन्हां दी पूरी कर रहे हैं। शायद लगता है चोणां दा समा आउण दे उत्ते कईयां नूं सोझी आ जाती है और जिहड़ी सोझी उन्हां नूं प्राप्त हुई है, पर शायद वो ये भुल गए कि सिखां दी वखरे परसनल लॉ दी मंग भी 1947 तो लैके अजे तक वो सरकार दे विचाराधीन है। पर उस गल दे विच बिल्कुल कोई किसी किस्म की पेशकदमी नहीं हुई, कोई प्रोग्रेस नहीं हुई और बल्कि हर बार जदों भी कोई कानून बनता है उस शिकंजे नूं थोड़ा जिहा होर टाइट कर दिता जाता है, होर नपीड़ दिता जाता है ताकि ये आज़ाद हस्ती सिखां दी परसनल लॉ की मंग कदे भी सामने ना आ सके। छोटियां सुर्खियां होर भी हैं, पर असी हुण एक वक्फा लवांगे और उसके बाद साडी कोशिश होएगी कि IP सिंह टाइम्स ऑफ इंडिया दे सीनियर पत्रकार साडे नाल अगर वो गलबात कर सकन और बाकी चीज़ां दी विस्तार उन्हां दे नाल गल करके असीं हासिल करांगे। एक वक्फा। गट पंजाबी दे दानश्वर दर्शकों ते सुचेत ਸਰੋਤਾ जनां दा वक्फे दे बाद निੱਘਾ स्वागत है। जिवें तुहाडे नाल गल कीती कि पंजाब दे बारे गल करन लई, पंजाब दे माहौल बारे, पंजाब दे मसले बारे, उत्थे दी जो एक्टिविटीज़ इस वेले चल रही हैं, जो हालात हैगे हैं और शायद चोणां करके, ड्रग्स दे करके,
ਰਾਜਨੀਤੀ ਕਰਕੇ ਕਾਫੀ ਗਰਮਾਹਟ ਮਹਿਸੂਸ ਕੀਤੀ ਜਾ ਰਹੀ ਹੈ। ਪਰ ਗਰਾਊਂਡ ਰਿਐਲਿਟੀ ਕੀ ਹੈ, ਇਸ ਦੇ ਉੱਤੇ ਗੱਲ ਕਰਨ ਲਈ ਅਸੀਂ ਬੇਨਤੀ ਕੀਤੀ IP ਸਿੰਘ ਸੀਨੀਅਰ ਜਰਨਲਿਸਟ, ਔਰ ਜੋ ਕਿ ਕੇਵਲ ਇੱਕ ਪੱਤਰਕਾਰ ਵਜੋਂ ਹੀ ਨਹੀਂ ਬਲਕਿ ਮਨ ਦੇ ਨਾਲ ਬਹੁਤ ਹੀ ਸ਼ਿੱਦਤ ਦੇ ਨਾਲ ਉਹਨਾਂ ਮਸਲਿਆਂ ਦੀ ਡੂੰਘਾਈ ਤੱਕ ਜਾ ਕੇ ਉਹਨਾਂ ਬਾਰੇ ਉਸ ਦਰਦ ਨੂੰ ਔਰ ਉਸ ਮਸਲੇ ਨੂੰ ਸਮਝ ਕੇ ਅੱਗੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਨੂੰ ਬੇਨਤੀ ਕੀਤੀ, ਉਹ ਸਾਡੇ ਨਾਲ ਲਾਈਨ ਦੇ ਉੱਤੇ ਜੁੜ ਗਏ ਹਨ। IP ਸਿੰਘ ਜੀ, ਗੈਟ ਪੰਜਾਬੀ ਰਾਹੀਂ ਅਮਰੀਕਾ ਤੇ ਕੈਨੇਡਾ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਡਾ ਸਵਾਗਤ ਹੈ। ਜੀ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। IP ਸਿੰਘ ਜੀ, ਤੁਸੀਂ ਉੱਥੇ ਪੰਜਾਬ ਦੇ ਵਿੱਚ ਹੋ, ਬਿਲਕੁਲ ਕੇਂਦਰ ਵਿੱਚ ਹੋ। ਵੈਸੇ ਮੌਸਮ ਦੇ ਤੌਰ 'ਤੇ ਕਾਫੀ ਠੰਡ ਹੈ, ਪਰ ਰਾਜਨੀਤਿਕ ਤੌਰ ਦੇ ਉੱਤੇ ਕਾਫੀ ਉਥਲ ਪੁਥਲ ਔਰ ਹਾਲਾਤ ਕਾਫੀ ਸੰਜੀਦਾ ਹਨ। ਤੁਸੀਂ ਕੀ ਦੱਸਣਾ ਚਾਹੋਗੇ ਇੰਨੀ ਦੂਰ ਵਤਨ ਤੋਂ ਬੈਠੇ ਜਿਹੜੇ ਉਸ ਧਰਤੀ ਦੇ ਨਾਲ ਜੁੜੇ ਹੋਏ ਹਨ ਔਰ ਕੁਦਰਤੀ ਤੌਰ ਦੇ ਉੱਤੇ ਉਹਨਾਂ ਦੀ ਸੋਚ ਔਰ ਸਾਰਾ ਕੁਝ ਉੱਥੇ ਹੈ, ਔਰ ਭਾਵੇਂ NRI ਸੰਮੇਲਨ ਹੋਏ, ਜਿਸ ਤਰ੍ਹਾਂ ਵੀ ਹੋਏ, ਉਹ ਜੁੜੇ ਰਹਿਣਾ ਚਾਹੁੰਦੇ ਹਨ। ਤੁਸੀਂ ਉੱਥੋਂ ਦੇ ਹਾਲਾਤ ਬਾਰੇ, ਰਾਜਨੀਤਿਕ, ਧਾਰਮਿਕ, ਸਮਾਜਿਕ ਕੀ ਪੋਜੀਸ਼ਨ ਹੈ ਇਸ ਵੇਲੇ ਪੰਜਾਬ ਦੀ? ਦੇਖੋ ਜੀ, ਕਿਸੇ ਵੇਲੇ ਹੁੰਦਾ ਸੀ ਪੰਜਾਬ 'ਚ ਸਭ ਤੋਂ ਵੱਡਾ ਮਸਲਾ ਦਰਿਆਈ ਪਾਣੀ ਵਾਲਾ, ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਹਨ ਜੀ, ਇਸ ਤਰ੍ਹਾਂ ਦੇ ਨਾ ਸਿਆਸੀ ਜੀ। ਫਿਰ ਆ ਗਏ ਗਲੀਆਂ ਨਾਲੀਆਂ ਸੜਕਾਂ, ਬਿਜਲੀ ਪਾਣੀ। ਹਾਂਜੀ, ਅੱਜ ਕੱਲ ਜਿਹੜੀ ਗਰਮੀ ਹੈ ਉਹ ਸੁਣਿਆ ਹੋਇਆ ਮੈਂ ਵੀ, ਮੈਨੂੰ ਕੋਈ ਨਹੀਂ ਪਤਾ ਪਾਣੀ ਡਰੱਗਸ ਨਾ ਜਿਹੜਾ ਬੰਦਾ ਖਾਂਦਾ ਉਹ ਗਰਮੀ ਪੈਦਾ ਕਰਦੀਆਂ। ਜੀ ਜੀ ਜੀ, ਠੰਡ ਨਾਲ ਲੜਨ 'ਚ ਹੈਲਪ ਕਰਦੀਆਂ। ਪੰਜਾਬ 'ਚ ਰਾਤ ਦੀ ਗਰਮੀ ਜ਼ਿਆਦਾ ਇਸ ਵੇਲੇ ਸਭ ਤੋਂ ਜੀ। ਸਭ ਤੋਂ ਵੱਡਾ ਸਿਆਸੀ ਮੁੱਦਾ ਜੀ ਇਹ ਹੈ। ਤੇ ਮੇਰੀ ਵੈਸੇ ਵੀ ਇੱਕ ਧਾਰਨਾ ਹੈ ਕਿ ਜਦੋਂ ਕੋਈ ਇਹ ਕਹਿਤਾ ਜਾਂਦਾ ਨਾ ਜੀ ਕਿ ਫਲਾਣੇ ਮੁੱਦੇ ਤੇ ਸਿਆਸਤ ਨਾ ਕੀਤੀ ਜਾਵੇ, ਹਾਂਜੀ, ਇਹ ਬੜਾ ਇੱਕ ਪਪੂਲਰ ਜਿਹਾ ਵੀਡੀਓ ਬਣਾ ਰਿਹਾ ਜੀ। ਜੀ, ਜਿਹੜਾ ਮੁੱਦਾ ਲੋਕਾਂ ਨੂੰ ਪਸੰਦ ਆ ਤੇ ਸਿਆਸਤ ਨਾ ਕੀਤੀ ਜਾਵੇ। ਕਿਉਂ ਸਿਆਸਤ ਕੀਤੀ ਜਾਵੇ ਜੀ? ਇਸੇ ਤੇ ਵੀ ਸਿਆਸਤ ਹੋਣੀ ਚਾਹੀਦੀ ਹੈ। ਇਟ ਸ਼ੁਡ ਡਿਸਾਈਡ ਯੂਰ ਪੋਲਿਟਿਕਸ ਐਂਡ ਕੋਰਸ ਆਫ ਐਕਸ਼ਨ। ਜੀ, ਇਹ ਚੰਗੀ ਗੱਲ ਹੈ ਕਿ ਡਰੱਗਸ ਇਸ ਵੇਲੇ ਸੈਂਟਰ ਦਾ ਆ ਗਈ ਇਹਦੇ 'ਚ, ਕਿਉਂਕਿ ਪਿਛਲੇ 17-18 ਸਾਲ ਤੋਂ ਜੀ ਇਹ ਬੜੀ ਬੇਸ਼ਰਮੀ ਨਾਲ ਇਹ ਸਾਰਾ ਕੁਝ ਹੋ ਰਿਹਾ ਸੀ, ਵੱਧ ਰਿਹਾ ਸੀ। ਤੇ ਇਹ ਇਸ ਜਿਹੜੇ ਮਰਹਲੇ ਤੇ ਜਿਹੜੀ ਗੱਲ ਪਹੁੰਚੀ ਹੈ ਤੇ ਪਹੁੰਚਣੀ ਚਾਹੀਦੀ ਕਿ ਇੰਨੀ ਗਰਮੀ ਇਸ ਮੁੱਦੇ ਦੁਆਲੇ ਪੈਦਾ ਹੁੰਦੀ ਤੇ ਸਾਰੀਆਂ ਰਾਜਨੀਤਿਕ ਧਿਰਾਂ ਇਹਦੇ 'ਚ ਕੁੱਦਦੀਆਂ ਜੀ। ਇਹ ਹੁਣ NGO ਰਾਜਨੀਤਿਕ ਧਿਰਾਂ ਉਹ ਤਾਂ ਸਰਗਰਮ ਨੇ ਇਹਦੇ 'ਚ। ਬਸ ਇੱਕ ਮੈਨੂੰ ਥੋੜਾ ਨਜ਼ਰ ਆ ਰਿਹਾ ਜੀ, ਜਿਹੜੇ ਧਾਰਮਿਕ ਖੇਤਰ ਦੇ ਲੋਕ ਜਿਹੜੇ ਸਭ ਤੋਂ ਪਹਿਲੀ ਜ਼ਿੰਮੇਵਾਰੀ ਬਣਦੀ ਸੀ ਇਹਦੇ ਤੇ ਬੋਲਣ ਦੀ ਜੀ, ਉਹ ਚੁੱਪ ਨੇ ਜੀ। ਉਹ ਚੁੱਪ ਨੇ ਤੇ ਇੱਕ ਭਾਜਪਾ ਚੁੱਪ ਹੈ ਜੀ 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 ਜੀ। ਤੇ ਤੁਹਾਨੂੰ ਲੱਗਦਾ ਹੈ ਕਿਉਂਕਿ ਦੋਨੋਂ ਪਾਰਟੀਆਂ ਦਾ ਇਹਦੇ 'ਚ ਮੁਕਾਮ ਇੱਕੋ ਜਿਹਾ ਨਹੀਂ, ਕਿ ਸ਼ਾਇਦ ਜਿਹੜਾ ਦੋਨੋਂ ਪਾਰਟੀਆਂ ਦਾ ਰੁਖ ਤੇ ਉਹਦੇ ਬਾਰੇ ਇੱਕੋ ਹੀ ਨਜ਼ਰੀਆ ਸਾਹਮਣੇ ਆ ਰਿਹਾ ਹੈਗਾ? ਕਿਹਨਾਂ ਪਾਰਟੀਆਂ ਦਾ ਦੋਵਾਂ ਦਾ? ਅਕਾਲੀ ਦਲ ਦਾ ਵੀ, ਜਾਂ ਉਧਰੋਂ ਕੈਪਟਨ ਅਮਰਿੰਦਰ ਸਿੰਘ ਦਾ ਵੀ ਇਹ ਕਹਿਣਾ ਹੈ ਕਿ CBI ਦੀ ਇਨਕੁਆਇਰੀ ਨਾ ਕਰਾਈ ਜਾਏ। CBI ਦੀ ਇਨਕੁਆਇਰੀ ਤੋਂ ਦੋਨਾਂ ਦਾ, ਇਹਦਾ ਮਤਲਬ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਦਾ ਨਜ਼ਰੀਆ ਬਿਲਕੁਲ ਇੱਕੋ ਹੀ ਹੈ। ਇਹ ਨਾ ਵੀ ਉਹ ਕਾਂਗਰਸ ਦੇ ਨਜ਼ਰੀਏ ਨੂੰ ਤਾਂ ਇਸ ਵੇਲੇ ਉਹਨਾਂ ਨੇ ਰਿਫਲੈਕਟ ਕੀਤਾ। ਕੈਪਟਨ ਅਮਰਿੰਦਰ ਸਿੰਘ ਆਈਸੋਲੇਟ ਹੋ ਗਏ ਕਾਂਗਰਸ ਦੇ ਵਿੱਚ ਇਹ ਨਜ਼ਰੀਆ ਦੇ ਕੇ। CBI ਦੀ ਇਨਕੁਆਇਰੀ ਹੋਵੇ ਜਾਂ ਕੋਰਟ ਮੋਨੀਟਰਡ, ਜਿਸ ਤਰ੍ਹਾਂ ਆਪ ਨੇ ਸੁਜੈਸਟ ਕੀਤਾ ਕਿ ਕੋਰਟ ਮੋਨੀਟਰਡ ਇਨਕੁਆਇਰੀ ਹੋਵੇ ਜੀ, ਮਤਲਬ ਕੋਈ ਇੰਡੀਪੈਂਡੈਂਟ ਜਿਹੜੀ ਹੋ ਸਕਦਾ ਪੰਜਾਬ ਪੁਲਿਸ ਬਿਲਕੁਲ ਫੇਰ ਪ੍ਰੋਬ ਕਰ ਰਹੀ ਹੋਵੇ। ਹਾਂਜੀ, ਪਰ ਮਾਮਲਾ ਇਹ ਸਿਰਫ ਉਹ ਨਹੀਂ ਨਾ ਹੈਗਾ ਵੀ ਇਨਸਾਫ ਸਿਰਫ ਹੋਣਾ ਨਹੀਂ ਚਾਹੀਦਾ। ਹਾਂਜੀ, ਦਿਸਣਾ ਚਾਹੀਦਾ ਕਿ ਇਨਸਾਫ ਹੋਇਆ। ਇੱਕ ਪਰਸੈਪਸ਼ਨ 'ਚ ਕੀ ਗੱਲ ਹੈ ਜੀ ਜੀ ਜੀ। ਤੇ ਜਿੰਨੀ ਕੁ ਗੰਭੀਰ ਹਾਲਤ ਹੈ, ਮਤਲਬ ਜਿੰਨੀ ਸਿਹਤ ਦੇ ਪੱਖੋਂ ਔਰ ਨਸ਼ਿਆਂ ਦੀ ਜੋ ਰਿਪੋਰਟਸ ਆ ਰਹੀਆਂ ਡਾਕਟਰਸ ਦੀ ਔਰ ਮੈਡੀਕਲ ਦੀ, ਤੁਹਾਨੂੰ ਲੱਗਦਾ ਹੈ ਕਿ ਸਿਆਸੀ ਤੌਰ ਦੇ ਉੱਤੇ ਉਨੀ ਸ਼ਿੱਦਤ ਦੇ ਨਾਲ ਇਹ ਕੰਮ ਕਰਨਗੇ? ਇਹਦੇ ਲਈ ਗੰਭੀਰਤਾ ਹੈ ਇਸ ਮਸਲੇ ਨੂੰ ਹੱਲ ਕਰਨ ਦੀ? ਸਿਆਸੀ ਤੌਰ ਤੇ ਸਿਆਸੀ ਡਰਾਮੇਬਾਜ਼ੀ ਜ਼ਿਆਦਾ ਹੈ, ਕਿਉਂਕਿ ਜੇ ਹੁਣ ਮੈਂ ਦੇਖਿਆ ਹੋਇਆ ਇਹ ਸਾਰੀਆਂ ਪਾਰਟੀਆਂ ਦੀਆਂ ਰੈਲੀਆਂ 'ਚ ਜਾ ਕੇ ਜੀ ਪਿਛਲੇ ਕਈ ਸਾਲਾਂ 'ਚ ਜੀ, ਕਿਹੋ ਜਿਹਾ ਸਟੱਫ ਉੱਥੇ ਲੈ ਕੇ ਆਉਂਦਾ ਜੀ ਜੀ। ਤੇ ਮੈਂ ਜ਼ਿੰਮੇਵਾਰੀ ਨਾਲ ਇਹ ਕਹਿ ਰਿਹਾ ਵੀ ਉਹਦੇ 'ਚ ਕਈ ਸਾਰੇ ਡਰੱਗ ਐਡਿਕਟ ਵੀ ਹੋਣਗੇ। ਹਾਂਜੀ, ਤੇ ਜਿਹੜੇ ਸਮਗਲਰ ਨੇ ਉਹਨਾਂ ਦੇ ਬਾਰੇ ਵੀ ਇਹ ਮਸ਼ਹੂਰ ਹੁੰਦਾ ਕਿ ਕੋਈ ਫਲਾਣਾ ਫਲਾਣੀ ਪਾਰਟੀ ਨਾਲ ਜੁੜਿਆ, ਫਲਾਣਾ ਫਲਾਣੀ ਪਾਰਟੀ ਨਾਲ ਜੁੜਿਆ। ਹਾਂਜੀ, ਉਹ ਤਾਂ ਖੈਰ ਰਿਸ਼ਤੇ ਦਾ ਵੀ ਰੌਲਾ ਪੈਣ ਲੱਗ ਪਿਆ ਨਾ ਜੀ।
हाँ जी, हाँ जी, ਉਹ ਕੱਲਾ ਜੁੜਿਆ ਨਹੀਂ ਹੋਇਆ ਪਾਰਟੀ ਨਾਲ, ਫਲਾਣੇ ਵੱਡੇ ਨੇਤਾ ਦਾ ਰਿਸ਼ਤਾ। हाँ ਇਹ ਜਿਹੜੀ ਨਵੀਂ ਪਹਿਲੀ ਵਾਰੀ ਆ ਦੀ ਸਿਖਰ ਹੈ ਇਹ। ਜੀ ਪਹਿਲੇ ਕਦੀ ਨਹੀਂ ਸੀ। ਆਪ ਸਮਗਲਰ ਬਣ ਜਾਣ ਜੀ ਜਿੱਦਾਂ ਉਹ ਜਿਹੜਾ ਇੱਕ ਫੜਿਆ ਗਿਆ ਬਿੱਟੂ ਵਾਲਕ, ਹਾਂਜੀ ਅੰਮ੍ਰਿਤਸਰੋਂ, ਹਾਂਜੀ, ਉਹ ਅਕਾਲੀ ਦਲ ਚ ਸਰਗਰਮ ਰਿਹਾ, ਉਹਦਾ ਅਹੁਦੇਦਾਰ ਸੀਗਾ। ਇਹ ਮਤਲਬ ਇਹ ਸਭ ਵੱਡੀ ਦੁੱਖ ਦੀ ਤੇ ਬੇਸ਼ਰਮੀ ਦੀ ਗੱਲ ਆ। ਇਹਦਾ ਮਤਲਬ ਹੈਗਾ ਕਿ ਤੁਸੀਂ ਆਸਵੰਦ ਹੋ ਕਿ ਤੁਹਾਨੂੰ ਲੱਗਦਾ ਹੈ ਚੋਣਾਂ ਦਾ ਵੀ ਮਾਹੌਲ ਹੈਗਾ ਤੇ ਇਸ ਮਸਲੇ ਦੇ ਉੱਤੇ ਕੁਝ ਪੋਜ਼ਿਟਿਵ ਰਿਜ਼ਲਟ ਨਿਕਲੇਗਾ, ਨਤੀਜਾ ਸਾਹਮਣੇ ਆਏਗਾ ਔਰ ਪੰਜਾਬ ਨੂੰ ਕੋ ਮੁਕਤੀ ਮਿਲੇਗੀ ਇਸ ਨਮੋਸ਼ੀ ਤੋਂ, ਇਸ ਸਾਰੀ ਇਲਤ? ਦੇਖੋ ਇੱਕ ਗੱਲ ਤਾਂ ਹੈ ਕਿ ਪਿਛਲੇ ਕੁਝ ਸਮੇਂ ਤੋਂ ਜੀ ਸਰਕਾਰ ਤੇ ਦਬਾਅ ਤਾਂ ਹੈਗਾ, ਸਿਰਫ ਇਹ ਨਹੀਂ ਪਿਛਲੇ 1 ਮਹੀਨੇ ਤੋਂ ਜੀ, ਉਸ ਤੋਂ ਪਹਿਲਾਂ ਵੀ, ਅੱਛਾ, ਪਿਛਲੇ ਸਾਲ ਤੇ ਕਹੋ ਡੇਢ ਤੋਂ ਜੀ ਦਬਾਅ ਹੈਗਾ ਸਰਕਾਰ ਤੇ। ਹੁਣ ਇਹਨੂੰ ਇਹ ਸਿਰਫ ਸ਼ੋਸ਼ੇਬਾਜ਼ੀ ਨਾਲ ਹੈਂਡਲ ਕੀਤਾ ਜਾਂਦਾ ਜਾਂ ਇੱਕ ਐਕਸਪਰਟਸ ਦੀ ਸਹਾਇਤਾ ਨਾਲ ਇੱਕ ਮਲਟੀ ਪ੍ਰਾਉਂਡ ਸਟ੍ਰੈਟਜੀ ਬਣਾ ਕੇ ਜੀ? ਕਿਉਂਕਿ ਮੈਂ ਇੱਕ ਡੀ ਐਡਿਕਸ਼ਨ ਸੈਂਟਰ ਵਿਜ਼ਿਟ ਕਰਕੇ ਜੀ ਰਿਲੈਪਸ ਰੇਟ ਬਹੁਤ ਜ਼ਿਆਦਾ ਰਿਲੈਪਸ ਰੇਟ ਆ। ਮਲਟੀ ਪ੍ਰਾਉਂਡ ਸਟ੍ਰੈਟਜੀ ਚਾਹੀਦੀ ਹੁੰਦੀ ਹਮੇਸ਼ਾ ਐਡਿਕਸ਼ਨ ਦੀ ਪ੍ਰੋਬਲਮ ਨੂੰ ਹੈਂਡਲ ਕਰਨ ਲਈ। ਜੀ ਉਹ ਜਿੰਨੇ ਤੱਕ ਇਸ ਤਰ੍ਹਾਂ ਦੀ ਕੋਈ ਨਹੀਂ ਹੁੰਦੀ ਵੀ ਸਮਗਲਰ ਫੜੇ ਜਾਣ, ਬੰਦਿਆਂ ਦੇ ਇਲਾਜ ਕੀਤੇ ਜਾਣ, ਜੀ ਉਹਨਾਂ ਨੂੰ ਦੁਬਾਰਾ ਟਰੈਪ ਹੋਣ ਤੋਂ ਬਚਾਇਆ ਜਾਵੇ, ਇੰਪਲੋਇਮੈਂਟ ਹੋਵੇ, ਹਾਂਜੀ, ਜਿਹੜੀ ਲਗਾਤਾਰ ਮੋਟੀਵੇਸ਼ਨ ਕਾਉਂਸਲਿੰਗ ਹੋਵੇ, ਜੀ ਸਪੋਰਟ ਸਿਸਟਮ, ਸੋਸ਼ਲ ਸਪੋਰਟ ਸਿਸਟਮ, ਇਹ ਸਾਰੇ ਕੁਝ ਤੋਂ ਬਗੈਰ ਕਦੇ ਡੀ-ਐਡਿਕਸ਼ਨ ਨਹੀਂ ਹੋ ਸਕਦੀ ਪੰਜਾਬ 'ਚ। ਜੀ ਬਣੂਗੀ ਜਨਤਕ ਪ੍ਰੈਸ਼ਰ 'ਚ। ਜੀ ਮੈਂ ਉਹੀ ਗੱਲ ਕਰ ਰਿਹਾ, ਜਿਹੜੀ ਤੁਸੀਂ ਗੱਲ ਕੀਤੀ ਹੁਣੇ, ਇਸੇ ਗੱਲ ਦੀ ਗੱਲ ਕਰ ਰਹੇ ਹਾਂ। ਤੁਹਾਨੂੰ ਲੱਗਦਾ ਹੈ ਕਿ ਜਨਤਾ ਵੀ, ਪਬਲਿਕ ਵੀ ਅਵੇਅਰ ਹੈਗੀ ਹੈ, ਇਸ ਦੇ ਲਈ ਚੇਤਨ ਹੈਗੀ ਹੈ, ਉਹ ਚਾਹੁੰਦੀ ਹੈ ਕਿ ਇਹਦੇ ਲਈ ਬਾਹਰ ਆ ਕੇ ਕੁਝ ਕੰਮ ਕਰੇ ਜਾਂ ਇਹਦੇ ਲਈ ਕੁਝ ਲੋੜ ਤੋਂ ਵੱਧ ਐਕਟਿਵਿਜ਼ਮ ਆਏ ਉਹਨਾਂ ਦੇ ਵਿੱਚ ਵੀ, ਪਬਲਿਕ ਦੇ ਵਿੱਚ ਵੀ ਅਵੇਅਰਨੈਸ? ਜਨਤਾ ਦੀ ਇਸ਼ੂ ਤਾਂ ਬੜਾ ਵੱਡਾ ਬਣ ਗਿਆ ਹੈ, ਇਹਦੇ ਵਿੱਚ ਤਾਂ ਕੋਈ ਇਸ ਗੱਲ ਤੋਂ ਮੁਨੱਕਰ ਨਹੀਂ ਹੈਗਾ, ਇਹ ਇਸ਼ੂ ਤਾਂ ਹੁਣ ਹੈਗਾ ਹੈ। ਜੀ ਤੇ ਠੀਕ ਹੈ ਆਈਪੀ ਸਿੰਘ ਜੀ, ਇੱਕ ਤੁਹਾਨੂੰ ਬੇਨਤੀ ਹੈ ਕਿ 2-4 ਮਿੰਟ ਹੋਰ ਤੁਹਾਡੇ ਲਵਾਂਗੇ, ਤੁਸੀਂ ਕਿਰਪਾ ਕਰਕੇ ਲਾਈਨ ਤੇ ਰਹੋ, ਇੱਕ ਵਕਫੇ ਦੀ ਲੋੜ ਹੈ, ਉਹਦੇ ਬਾਅਦ ਮੁੜ ਹਾਜ਼ਰ ਹੁੰਦੇ ਹਾਂ। ਇੱਕ ਵਕਫਾ। ਗੈਰ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੇ ਨਾਲ ਸੀਨੀਅਰ ਪੱਤਰਕਾਰ ਸਰ ਆਈਪੀ ਸਿੰਘ ਜੀ, ਟਾਈਮਜ਼ ਆਫ ਇੰਡੀਆ ਦੇ ਪੱਤਰਕਾਰ ਜੁੜੇ ਹੋਏ ਹਨ ਔਰ ਪੰਜਾਬ ਦੇ ਹਾਲਾਤ ਦੇ ਬਾਰੇ ਗੱਲ ਕਰ ਰਹੇ ਹਨ। ਸੋ ਤੁਹਾਡਾ ਮਤਲਬ ਕਹਿਣਾ ਹੈ ਆਈਪੀ ਸਿੰਘ ਜੀ ਕਿ ਜਿਹੜਾ ਇਹ ਜੋ ਕੁਝ ਵਾਪਰ ਰਿਹਾ ਹੈ ਡਰੱਗਸ ਦੇ ਮਾਮਲੇ ਦੇ ਵਿੱਚ, ਕੁਝ ਉਮੀਦ ਕੀਤੀ ਜਾ ਸਕਦੀ ਹੈ ਸ਼ਾਇਦ ਇਹ ਕਾਬੂ ਦੇ ਵਿੱਚ ਆ ਜਾਏ ਔਰ ਇਹ ਜਿਹੜਾ ਰੂਟ ਹੈ ਇਹ ਬੰਦ ਹੋਏ ਔਰ ਪੰਜਾਬ ਅਗਰ ਜਿੰਨੀ ਦੇਰ ਤੱਕ ਨਹੀਂ ਹੁੰਦਾ, ਸ਼ਾਇਦ ਜਵਾਨੀ ਲਈ, ਪੰਜਾਬ ਲਈ, ਉਹਦੀ ਆਰਥਿਕਤਾ ਲਈ ਇਹ ਇੱਕ ਬੜੇ ਵੱਡੇ ਘੁਣ ਦੇ ਤੌਰ ਤੇ ਹੈ ਔਰ ਆਸ ਕੀਤੀ ਜਾਏ ਕਿ ਇਹਦਾ ਕੁਝ ਨਾ ਕੁਝ ਪੋਜ਼ਿਟਿਵ ਨਤੀਜਾ ਨਿਕਲਣ ਦੇ ਤੁਹਾਨੂੰ ਆਸ ਲੱਗਦੀ ਹੈ? ਬਿਲਕੁਲ, ਮੈਂ ਇਹਦੇ ਬਾਰੇ ਨਿਰਾਸ਼ਾ ਨਹੀਂ ਹੈਗਾ। ਇਵਨ ਫੌਜੀ ਅਧਿਕਾਰੀ ਕਹਿ ਚੁੱਕੇ ਨੇ ਕਿ ਪੰਜਾਬ ਚੋਂ ਜਿਹੜੀ ਭਰਤੀ ਹੈ ਜੀ ਉਸ ਕਿਸਮ ਦੇ ਦੇਣ ਦਾ ਵਾਲਾ ਜਵਾਨ ਹੀ ਨਹੀਂ ਮਿਲਦਾ। ਠੀਕ ਹੈ। ਅਸੀਂ ਇੱਕ ਦੋ ਛੋਟੇ ਮਸਲੇ ਤੁਹਾਡੇ ਨਾਲ ਗੱਲ ਕਰਨੇ ਚਾਹਾਂਗੇ। ਪੰਜਾਬ ਦਾ ਇੱਕ ਮਸਲਾ ਹੋਰ ਹੈ, ਜਿਹੜੀ ਕ੍ਰਿਸਟ ਹੈਨ ਦੀ ਸਪੈਸ਼ਲ ਰਿਪੋਰਟ ਹੀਅਰ ਔਨ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੇ ਬਾਰੇ ਆਈ ਹੈ, ਜਿਸ ਨੇ ਪੰਜਾਬ ਸਰਕਾਰ ਨੂੰ ਪੂਰੀ ਤਰ੍ਹਾਂ ਉਹਦੇ 'ਤੇ ਟਿੱਪਣੀ ਕੀਤੀ ਹੈ ਕਿ ਇਹਨਾਂ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਾਰਵਾਈਆਂ ਕੀਤੀਆਂ ਔਰ ਜਿਹੜੀਆਂ ਕੁਝ ਕਿਲਿੰਗਸ ਹੋਈਆਂ ਉਹਦੇ ਵਿੱਚ ਦੋਸ਼ ਲਗਾਏ ਹੈ। ਇਸ ਰਿਪੋਰਟ ਬਾਰੇ ਤੁਸੀਂ ਕੀ ਦੱਸਣਾ ਚਾਹੁੰਦੇ ਹੋ, ਕਿਉਂਕਿ ਤੁਹਾਡੀ ਰਿਪੋਰਟ ਸੀ? ਮੇਰੇ ਖਿਆਲ 'ਚ ਜਿਹੜੀ ਰਿਪੋਰਟ ਆ ਉਹ ਰਿਪੋਰਟ 21 ਪੇਜ ਦੀ ਰਿਪੋਰਟ ਸਾਰੇ ਹਿੰਦੁਸਤਾਨ ਤੇ ਹੈ ਤੇ ਉਹਦੇ ਵਿੱਚ ਪੰਜਾਬ ਦਾ ਵੀ ਜ਼ਿਕਰ ਹੈਗਾ ਜੀ। ਮੈਨੂੰ ਲੱਗਦਾ ਪੰਜਾਬ ਸਰਕਾਰ ਲਈ ਬੜੀ ਚਿੰਤਾ ਵਾਲੀ ਗੱਲ ਹੋਣੀ ਚਾਹੀਦੀ ਹੈ ਕਿ ਇਹਦਾ ਜ਼ਿਕਰ ਬੜੇ ਨੈਗੇਟਿਵ ਤਰੀਕੇ ਨਾਲ ਯੂਐਨ ਦੀ ਰਿਪੋਰਟ ਚ ਆਉਂਦਾ ਜੀ, ਸਪੈਸੀਫਿਕਲੀ ਮੈਂਸ਼ਨ ਕਰਕੇ ਜੀ। ਇਹ ਨਾਟ ਦੇ ਨੀਡ ਟੂ ਐਡਰੈਸ, ਨਾਟ ਜਸਟ ਐਡਰੈਸ ਦੀ ਇਸ਼ੂ, ਦੇ ਆਰ ਅਨਸਰੇਬਲ ਟੂ ਦੀ ਪੀਪਲ, ਦੇ ਸ਼ੁਡ ਆਨਸਰ ਇਟ। ਮਤਲਬ ਕੋਈ ਸਟੈਂਡ ਲੈਣ ਸਪਸ਼ਟ ਵੀ ਠੀਕ ਹੈ ਜੀ, ਅਸੀਂ ਰਾਈਟਸ ਵਾਇਓਲੇਸ਼ਨਸ ਨੂੰ ਪਰਮਿਟ ਕਰਦੇ ਹਾਂ, ਮਤਲਬ ਦੇ ਹੈਵ ਟੂ ਸੇ ਇਟ ਕਲੀਅਰਲੀ। ਜਾਂ ਅਸੀਂ ਇਹਦੀ ਮਤਲਬ ਇਹਦੀ ਕੋਈ
ਐਕਸ਼ਨ ਲਵਾਂਗੇ, ਕਿਉਂਕਿ ਅਦਰਵਾਈਜ਼ ਤਾਂ ਅਕਾਲੀ ਦਲ ਦਾ ਹੁਣ ਤੱਕ ਦਾਅਵਾ ਰਿਹਾ ਕਿ ਜੀ ਅਸੀਂ ਤਾਂ ਡੈਮੋਕ੍ਰੈਟਿਕ ਵੈਲਿਊ ਸਿਸਟਮ ਲਈ ਖੜੇ ਹਾਂ ਜੀ। ਬਾਦਲ ਸਾਹਿਬ ਬੜੇ ਮਾਣ ਨਾਲ ਦੱਸਦੇ ਨੇ ਕਿ 75 ਦਾ ਮੋਰਚਾ ਸੀ, ਆਫਰ ਆਈ ਦੇ ਬਾਵਜੂਦ ਇਸ ਲਈ ਨਹੀਂ ਸੀ ਰਿਹਾ ਕਿਉਂਕਿ ਅਸੀਂ ਤਾਂ ਹਿੰਦੁਸਤਾਨ ਲਈ ਲਾਇਆ ਸੀ ਡੈਮੋਕ੍ਰੈਟਿਕ ਵੈਲਿਊਜ਼। ਡੈਮੋਕ੍ਰੈਟਿਕ ਵੈਲਿਊਜ਼ ਇਹ ਨਹੀਂ ਹੈਗੀਆਂ ਕਿ ਜਦੋਂ ਐਡੇ ਸੀਰੀਅਸ ਚਾਰਜਸ ਆਉਣ ਹਾਂਜੀ ਤੇ ਤੁਸੀਂ ਚੁੱਪ ਬੈਠੇ ਹੋ। ਮੈਨੂੰ ਲੱਗਦਾ ਹੈ ਜਿਹੜੀ ਸਰਕਾਰ ਲਈ ਉਦਾਂ ਵੀ ਇੰਟਰਨੈਸ਼ਨਲ ਲੈਵਲ ਤੇ ਵੀ ਇੰਡਰਸਮੈਂਟ ਦੀ ਗੱਲ ਹੋਏਗੀ, ਕਿਉਂਕਿ ਜਿਹੜੇ ਮਨੁੱਖੀ ਅਧਿਕਾਰ ਜਥੇਬੰਦੀ ਨੇ ਆਲਰੇਡੀ ਇਹਨੂੰ ਵਰਤਣਾ ਸ਼ੁਰੂ ਕਰਤਾ ਹੋਇਆ ਅੰਤਰਰਾਸ਼ਟਰੀ ਫੋਰਮ ਜੀ। ਪਰ ਜਿਹੜੀ ਉਹਦੇ ਵਿੱਚ ਦੋ ਗੱਲਾਂ ਉਹਨਾਂ ਨੇ ਬੜੀਆਂ ਅਹਿਮ ਲਿਖੀਆਂ ਕਿ ਸਰਕਾਰ ਦੀ ਇੱਛਾ ਸ਼ਕਤੀ ਨਹੀਂ ਹੈ ਇਸ ਗੱਲ ਨੂੰ ਸੁਧਾਰਨ ਦੀ। ਇੱਕ ਗੱਲ ਤਾਂ ਉਹਨਾਂ ਨੇ ਇਹ ਲਿਖੀ ਹੈ, ਔਰ ਦੂਜੀ ਜਿਹੜੀ ਟਿੱਪਣੀ ਉਹ ਬਹੁਤ ਗੰਭੀਰ ਹੈ ਕਿ ਹਿੰਦੁਸਤਾਨ ਦੇ ਵਿੱਚ ਦੋਸ਼ ਨੂੰ ਸਾਬਤ ਕਰਨ ਦੀ ਜ਼ਿੰਮੇਵਾਰੀ ਜਿਹੜਾ ਬੰਦਾ ਵਿਕਟਮ ਹੈ ਉਹਦੇ ਪਰਿਵਾਰ ਦੇ ਉੱਤੇ ਆ ਜਾਂਦੀ ਹੈ। ਇਹ ਦੋ ਜਿਹੜੀਆਂ ਟਿੱਪਣੀਆਂ ਹੈਗੀਆਂ ਇਹ ਕਾਫੀ ਗੰਭੀਰ ਹੈਗੀਆਂ। ਪਰ ਦੇਖੋ ਇਹ ਤਾਂ ਹੁਣ ਤੱਕ ਤੁਸੀਂ ਦੇਖੋ ਜੇ ਦਿੱਲੀ ਕਤਲੇਆਮ ਦਾ ਵੀ ਲਾਓ ਤੁਸੀਂ 84 ਦਾ, ਉੱਥੇ ਵੀ ਸਾਰਾ ਕੁਝ ਇਹੀ ਰਿਹਾ ਜੀ। ਜੇ ਗੁਜਰਾਤ 'ਚ ਵੀ ਸੁਪਰੀਮ ਕੋਰਟ ਇੰਟਰਫੇਅਰ ਨਾ ਕਰਦੀ, ਉੱਥੇ ਐਕਟਿਵਿਜ਼ਮ ਨਾ ਹੁੰਦਾ ਤਾਂ ਜਿਹੜੇ ਥੋੜੇ ਬਹੁਤੇ ਬੰਦੇ ਜੇਲ੍ਹ ਗਏ ਉਹ ਵੀ ਸ਼ਾਇਦ ਨਾ ਜਾਂਦੇ। ਇਹ ਓਵਰਆਲ ਸਾਡਾ ਫੈਨੋਮੇਨਾ ਜੀ, ਡਿਨਾਇਲ ਆਫ ਜਸਟਿਸ ਤੇ ਪ੍ਰੋਟੈਕਸ਼ਨ ਜਿਹੜੀ ਹੈ ਹਾਈ ਅਪਸ ਨੂੰ ਜੀ, ਉਹ ਇਨਫਲੂਐਂਸ਼ੀਅਲ ਪੋਲੀਟੀਕਲੀ ਜਾਂ ਫਾਈਨੈਂਸ਼ੀਅਲੀ ਉਹਨਾਂ ਨੂੰ ਜਿਹੜਾ ਉਹ ਇੱਕ ਕੇਸ ਸੀਗਾ BMW ਕੇਸ ਹਾਂਜੀ ਹਾਂਜੀ ਦੇਖੋ ਵੀ ਉਹ ਅਮੀਰ ਬੰਦੇ ਨੰਦਾ ਉੱਤੇ ਦਾ ਕੇਸ ਸੀਗਾ ਤੇ ਉਹਦੇ ਚ ਕਿੰਨਾ ਔਖਾ ਜਸਟਿਸ। ਇਹ ਜਸਟਿਸ ਲੈਣਾ ਜਿਹੜਾ ਜਦੋਂ ਕੋਈ ਮਾਈਟੀ ਹੋਵੇ ਉਹਦੇ ਲਈ ਹਿੰਦੁਸਤਾਨ ਚ ਵਿਕਟਮ ਲਈ ਬਹੁਤ ਔਖਾ। ਸਾਰਾ ਕੁਝ ਵਿਕਟਮ, ਸਾਰਾ ਕੁਝ ਸਰਕਾਰੀ ਮਸ਼ੀਨਰੀ ਜੀ, ਪੈਸਾ, ਸਾਰਾ ਕੁਝ ਉਹਦੇ ਖਿਲਾਫ ਕੰਮ ਕਰਦਾ ਜੀ। ਇਸ ਜਿਹੜੀ ਰਿਪੋਰਟ ਹੈ ਇਹਦੇ ਲਈ ਇੱਕ ਸਿਰਫ ਮੇਰਾ ਅਖੀਰਲੀ ਟਿੱਪਣੀ, ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਕਿ ਸਰਕਾਰ ਨੇ, ਪੰਜਾਬ ਸਰਕਾਰ ਨੇ ਇਸ 'ਤੇ ਕੀ ਕਾਰਵਾਈ ਕੀਤੀ ਹੈ ਜਾਂ ਨਹੀਂ ਕੀਤੀ ਹੈ ਉਹ ਤਾਂ ਪਤਾ ਨਹੀਂ ਲੱਗਾ, ਪਰ ਸਰਕਾਰ ਦੀ ਇੱਕ ਗੱਲ ਤਾਂ ਹੈ ਕਿ ਬਿਲਕੁਲ ਚੁੱਪੀ ਹੈ, ਕਿਸੇ ਕਿਸਮ ਦਾ ਕੋਈ ਪ੍ਰਤੀਕਰਮ ਸਰਕਾਰ ਵੱਲੋਂ ਨਹੀਂ ਆਇਆ। ਇਹ ਕੀ ਲੱਗਦਾ ਹੈ ਕਿ ਸ਼ਾਇਦ ਇਹ ਸੋਚ ਕੇ ਕਿ ਲੋਕੀ ਭੁੱਲ ਜਾਣਗੇ ਔਰ ਇਹ ਅੰਡਰ ਦਾ ਕਾਰਪੇਟ ਜਿਸ ਤਰ੍ਹਾਂ ਗੱਲ ਕਹੀ ਜਾਂਦੀ ਹੈ ਉਹ ਹੋਏਗਾ? ਇਹ ਬਿਲਕੁਲ ਤੁਹਾਡੀ ਜਿਹੜੀ ਆਬਜ਼ਰਵੇਸ਼ਨ ਠੀਕ ਹੈ, ਇਹੀ ਸੋਚ ਇਹਨਾਂ ਦੀ ਕੰਮ ਕਰ ਰਹੀ ਹੋਏਗੀ। ਇਹ ਬੜਾ ਕੁਝ ਹੈ ਜਿਹੜਾ ਅੰਡਰ ਦੀ ਕਾਰਪੇਟ ਪੁਸ਼ ਕਰਤਾ ਗਿਆ ਜਾਂ ਪਬਲਿਕ ਮੈਮਰੀ ਚੋਂ ਭੁੱਲ ਜਾਂਦਾ, ਨਿਕਲ ਜਾਂਦਾ, ਗੱਲਾਂ ਸਾਰੀਆਂ ਹੈਗੀਆਂ ਨੇ। ਠੀਕ ਹੈ। ਤੇ ਅਖੀਰ ਦੇ ਵਿੱਚ IP ਸਿੰਘ ਜੀ ਜਿਹੜੀ ਕਿ ਸਾਨੂੰ ਸਾਰਿਆਂ ਨੂੰ, ਹਰ ਕਿਸੇ ਨੂੰ ਪ੍ਰਭਾਵਿਤ ਵੀ ਕਰਦੀ ਹੈ ਉਹ ਹੈ ਦਿੱਲੀ। ਕੇਂਦਰ ਹੈਗਾ ਜਿੱਥੇ ਕਿ ਦਿੱਲੀ ਸਰਕਾਰ ਹੈ। ਹੁਣ ਇੱਥੇ ਅਮਰੀਕਾ ਦੇ ਵਿੱਚ ਵੀ ਜਿੰਨੇ ਸ਼ਹਿਰ ਹੈ, ਹਰ ਸ਼ਹਿਰ ਦੀ ਆਪਣੀ ਪੁਲਿਸ ਹੈ, ਹਰ ਸ਼ਹਿਰ ਦੀ ਆਪਣੀ ਪੁਲਿਸ ਹੈਗੀ ਹੈ ਔਰ ਉਹ ਬਕਾਇਦਾ ਉਹਨਾਂ ਦੇ ਅੰਡਰ ਹੈ, ਸਭ ਕੁਝ ਹੈ। ਇਹ ਕਮਾਲ ਦੀ ਗੱਲ ਹੈ ਕਿ ਦਿੱਲੀ ਇੱਕ ਸਟੇਟ ਵੀ ਬਣਾ ਕੇ ਉਹਨੂੰ ਤਕਰੀਬਨ ਦਰਜਾ ਦੇ ਕੇ ਸਭ ਕੁਝ ਕਰਕੇ, ਮਗਰ ਪੁਲਿਸ ਕੇਂਦਰ ਸਰਕਾਰ ਨੇ ਫਿਰ ਆਪਣੇ ਅਧੀਨ ਰੱਖੀ ਹੈ ਕਿ ਸਰਕਾਰ ਪੁਲਿਸ ਨੂੰ ਕੋਈ ਡਾਇਰੈਕਸ਼ਨ ਨਹੀਂ ਦੇ ਸਕਦੀ। ਔਰ ਉਹਦਾ ਨਤੀਜਾ ਸਾਹਮਣੇ ਆਇਆ ਕਿ ਜਿਹੜੇ ਖਿੜਕੀ ਪਿੰਡ ਦੇ ਵਿੱਚ ਜਿੱਥੇ ਸ਼ਰੇਆਮ ਬਹੁਤ ਕੁਝ ਉਹ ਸਭ ਕੁਝ ਹੁੰਦਾ ਸੀ ਜਿਹੜਾ ਨਹੀਂ ਹੋ ਸਕਦਾ, ਜੋ ਕਿਸੇ ਵੀ ਸ਼ਹਿਰ ਲਈ ਔਰ ਦੇਸ਼ ਲਈ ਕਲੰਕ ਹੁੰਦਾ ਹੈ, ਔਰ ਉੱਥੋਂ ਦੇ ਜਿਹੜੇ ਵਜ਼ੀਰ ਹਨ ਉਹਨਾਂ ਨੇ ਉਹਦੇ 'ਤੇ ਕਾਰਵਾਈ ਲਈ ਕਿਹਾ ਤਾਂ ਪੁਲਿਸ ਨੇ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਨੂੰ ਹੁਕਮ ਅਦੂਲੀ ਦੇ ਦੋਸ਼ ਦੇਣ ਦੀ ਬਜਾਏ ਉਹਨਾਂ ਨੇ ਬਲਕਿ ਗਵਰਨਮੈਂਟ ਨੂੰ ਹੀ ਦੋਸ਼ੀ ਕੇਂਦਰ ਸਰਕਾਰ ਨੇ ਦਿੱਤਾ ਕਿ ਇਹਨਾਂ ਦਾ ਕਸੂਰ ਹੈ। ਔਰ ਇਹ ਪਹਿਲੀ ਵਾਰ ਹੋਇਆ ਹੈ ਕਿ ਦਿੱਲੀ ਸਰਕਾਰ ਦਾ ਮੁੱਖ ਮੰਤਰੀ ਔਰ ਬਾਕੀ ਵਜ਼ੀਰ ਜਿਹੜੇ ਹੈ ਸੜਕ ਦੇ ਉੱਤੇ ਸਾਰੀ ਰਾਤ ਸੁੱਤੇ ਹੈ, ਫੁੱਟਪਾਥ ਦੇ ਉੱਤੇ। ਇੱਕ ਐਸਾ ਪੋਲਿਟਿਕਸ ਹੈ ਜਾਂ ਆਉਣ ਵਾਲੇ ਸਮੇਂ ਵਿੱਚ ਕੀ ਪੋਲਿਟਿਕਸ ਦਾ ਸੀਨ ਇਸੇ ਤਰ੍ਹਾਂ ਦਾ ਹਿੰਦੁਸਤਾਨ ਵਿੱਚ ਹੋਏਗਾ? ਇਹਦੇ ਬਾਰੇ ਤੁਸੀਂ ਕੀ ਤੁਹਾਡੀ ਟਿੱਪਣੀ ਹੈ ਦਿੱਲੀ ਦੇ ਕੇਜਰੀਵਾਲ ਦਾ ਜੋ ਇੱਕ ਨਵਾਂ ਫੈਨੋਮੇਨਨ ਜਿਹੜਾ ਪਹਿਲੀ ਵਾਰ ਦੇਖਣ 'ਚ ਆ ਰਿਹਾ? ਇਹ ਜਿਹੜਾ ਨਾ ਬੜੀਆਂ ਟਿੱਪਣੀਆਂ ਕਈ ਸਾਰੀਆਂ ਹੋਈਆਂ ਨੇ ਪੋਲੀਟੀਸ਼ੀਅਨਸ ਵੱਲੋਂ ਜੀ, ਮੀਡੀਆ ਵੱਲੋਂ, ਹੋਰ ਕੋਈ ਕਮੈਂਟੇਟਰਸ ਵੱਲੋਂ, ਜਿਨ੍ਹਾਂ ਚੋਂ ਤੁਹਾਨੂੰ ਇੱਕ ਫਿਡਲਿਸਟਿਕ ਮਾਈਂਡਸੈਟ ਤੇ ਜਿਹੜਾ ਇਹ ਸੋਚਦਾ ਕਿ ਕੁਝ ਬੰਦਿਆਂ ਨੂੰ ਹੀ ਸਿਰਫ ਰਾਜ ਕਰਨਾ ਹੁੰਦਾ ਹਾਂਜੀ, ਤੇ ਰਾਜ ਦਾ ਜਿਹੜਾ ਰਾਜ ਕਰਨ ਦਾ ਡੈਮੋਕ੍ਰੇਸੀ 'ਚ ਉਹਦਾ ਇੱਕ ਜਿਹੜੀ ਡਾਇਮੈਂਸ਼ਨ ਹੈ ਸਿਰਫ ਉਹੀ ਹੁੰਦੀ ਹੈ ਹਾਂਜੀ। ਉਹ ਮੇਰੇ ਖਿਆਲ 'ਚ ਜਿਹੜੀ ਇਹ ਸਟੀਰੀਓਟਾਈਪ ਪੈਰਾਡਾਈਮ ਆ ਕੇਜਰੀਵਾਲ ਦੀ ਸਿਆਸਤ ਨੇ ਉਹਨੂੰ ਇਹ ਚੋਂ ਕੱਢਿਆ ਆ। ਉਹ ਹਾਲੇ ਵੀ ਅਨਕੰਫਰਟੇਬਲ ਹੈ ਕਿ ਕਿੱਦਾਂ ਹੋ ਸਕਦਾ। ਉਹ ਸਮਝਦੇ ਨੇ ਕਿ ਮੁੱਖ ਮੰਤਰੀ ਦੀ ਡਿਊਟੀ ਸਿਰਫ ਹੈਲੀਕਾਪਟਰ 'ਚ ਝੂਟੇ ਲੈਣੇ, ਮਹਿੰਗੀ ਕਾਰ 'ਚ ਫਿਰਨਾ। ਮੁੱਖ ਮੰਤਰੀ ਦੀ ਇਹ ਡਿਊਟੀ ਕਿਉਂ ਨਹੀਂ ਸੜਕ ਤੇ ਆਵੇ ਲੋਕਾਂ ਨੂੰ ਮੁੱਦਾ? ਇਹ ਮੁੱਖ ਮੰਤਰੀ ਦਾ ਫਰਜ਼ ਹੈ। ਉਹਦਾ ਫਰਜ਼ ਹੈ ਕਿ ਜੇ ਲੋਕਾਂ ਦਾ ਇਸ਼ੂ ਕੋਈ ਨਹੀਂ ਐਡਰੈਸ ਹੋ ਰਿਹਾ ਤਾਂ ਖੁਦ ਸੜਕ ਤੇ ਆਵੇ, ਉਹਨੂੰ ਨਾਲ ਐਡਰੈਸ ਕਰਾਵੇ। ਜਦੋਂ ਉਹ ਜੇ ਉਹ ਆਪ ਉਹਨੂੰ ਸੌਰਟ ਆਊਟ ਨਹੀਂ ਕਰ ਸਕਦਾ, ਐਡਰੈਸ ਨਹੀਂ ਕਰ ਸਕਦਾ ਕਿ ਉਹਦੇ ਕੋਲ ਪਾਵਰਸ ਨਹੀਂ ਹੈਗੀਆਂ। ਤੁਸੀਂ ਦੇਖੋ
ਸਾਰੇ ਸੂਬੇ ਕੋਲ ਪੁਲਿਸ ਅਧਿਕਾਰ ਆਪਣੇ। ਹਾਂਜੀ ਹਾਂਜੀ ਹਾਂਜੀ। ਕੀ ਜਿਹੜੇ ਸੂਬੇ ਭਾਜਪਾ ਦੇ ਅਲਾਈ ਤੇ ਕਾਂਗਰਸ ਦੇ ਸਾਰੇ ਕਹਿਣਗੇ, ਚਾਹਣਗੇ ਕਿ ਕੇਂਦਰ ਸਰਕਾਰ ਇਹਨਾਂ ਦੀ ਸੂਬਿਆਂ ਦੀ ਪੁਲਿਸ ਦਾ ਅਧਿਕਾਰ ਆਪਣੇ ਕੋਲ ਲੈ ਲਵੇ? ਬਿਲਕੁਲ ਪੰਜਾਬ ਗਵਰਨਮੈਂਟ ਚਾਹੇਗੀ ਕਿ ਪੰਜਾਬ ਪੁਲਿਸ ਦੀ ਕੰਟਰੋਲ ਆ ਜੀ। ਕਈ ਪਾਰਟੀਆਂ ਨੇ ਇਨਕਲੂਡਿੰਗ ਅਕਾਲੀ ਦਲ ਇਸ ਗੱਲ ਤੇ ਐਨਆਈ ਦੀ ਆਪੋਜੀਸ਼ਨ ਕੀਤੀ ਸੀ ਜੀ ਇਹ ਇਨਫ੍ਰਿੰਜਮੈਂਟ ਹੈ ਓਵਰ ਦੀ ਰਾਈਟਸ ਆਫ ਦੀ ਸਟੇਟਸ। ਹਾਂਜੀ, ਇਹ ਨਹੀਂ ਹੋ ਸਕਦਾ। ਲਾਅ ਐਂਡ ਆਰਡਰ ਸਟੇਟ ਇਸ਼ੂ ਹੈ ਜੀ। ਜੇ ਲਾਅ ਐਂਡ ਆਰਡਰ ਬਾਕੀ ਹਿੰਦੁਸਤਾਨ ਦਾ ਸਟੇਟ ਇਸ਼ੂ ਹੈ ਤੇ ਦਿੱਲੀ 'ਚ ਕਿਉਂ ਨਹੀਂ ਹੈਗਾ? ਹਾਂਜੀ, ਅਕਾਊਂਟੇਬਿਲਿਟੀ ਜੇ ਸ਼ੀਲਾ ਦੀਕਸ਼ਿਤ ਨਹੀਂ ਮੁੱਦਾ ਇਹਨੂੰ ਇਸ ਸਰਗਰਮੀਆਂ ਚੱਕ ਸਕੀ ਤੇ ਉਹਦੀ ਖਾਰੀ ਵੀ ਤਾਂ ਹੀ ਨਾ ਕਿ ਜਿਹੜੀ ਕੁਤਾਈ ਪੁਲਿਸ ਦੀ। ਹਾਂਜੀ, ਉਹਦੇ ਵਿੱਚ ਸਿਰ ਹੁਣ ਦੇਖੋ ਮੈਂ ਹੋਰ ਦੱਸਦਾ ਤੁਹਾਨੂੰ, ਜਿੰਨੇ ਮੀਡੀਆ ਦਾ ਹਿੱਸਾ ਵੀ ਕਮੈਂਟੇਟਰ ਵੀ ਇਨਕਲੂਡਿੰਗ ਡਾਕਟਰ ਕਿਰਨ ਬੇਦੀ ਜੀ ਜਿਹੜੇ ਕੁਝ ਕਹਿ ਰਹੇ ਨੇ ਤੇ ਸਾਰੇ ਬੰਦੇ 16 ਦਸੰਬਰ 2012 ਤੋਂ ਬਾਅਦ ਦਿੱਲੀ ਪੁਲਿਸ ਨੂੰ ਉੱਚੀ ਆਵਾਜ਼ 'ਚ ਪੂਰੇ ਗੁੱਸੇ 'ਚ ਗਾਲਾਂ ਕੱਢ ਰਹੇ ਸੀ। ਉਹ ਪੁਲਿਸ ਪਤਾ ਨਹੀਂ ਸਤਜੁਗੀ ਹੋ ਗਈ, ਰਾਮਰਾਜ ਆ ਗਿਆ ਪੁਲਿਸ ਦੇ ਮਾਮਲੇ 'ਚ ਜੀ। ਉਹ ਸਾਰੇ ਪੁਲਿਸ ਦੀ ਡਿਫੈਂਸ ਲੈਣ ਲੱਗ ਪਏ। ਗੱਲ ਸਿਰਫ ਹੁਕਮਦੁਲੀ ਦੀ ਵੀ ਨਹੀਂ ਹੈਗੀ ਜੀ। ਇਹਨੂੰ ਆਪਾਂ ਹੁਕਮਦੁਲੀ ਨਾ ਕਹੀਏ ਕਿਉਂਕਿ ਉਹ ਪੋਲੀਟੀਕਲ ਜਿਹੜੇ ਮਿਨਿਸਟਰ ਸੀਗੇ ਸਾਰੇ ਉਹ ਉਹਨਾਂ ਦੇ ਬੌਸਸ ਨਹੀਂ ਹੈਗੇ ਜੀ। ਇੱਕ ਪਬਲਿਕ ਇੰਟਰਸਟ ਮਿਨਿਸਟਰ ਹੋਵੇ ਜਾਂ ਆਮ ਬੰਦਾ ਹੋਵੇ, ਜਦੋਂ ਤੁਹਾਡੇ ਧਿਆਨ 'ਚ ਕੋਈ ਲਿਆ ਰਿਹਾ ਗਲਤ ਕੰਮ ਉਹਦੇ ਤੇ ਕਾਰਵਾਈ ਕਰਨੀ ਪੁਲਿਸ ਦਾ ਫਰਜ਼ ਹੈ। ਬਿਲਕੁਲ, ਉਹਨਾਂ ਦੀ ਮਿਹਰਬਾਨੀ ਨਹੀਂ ਹੈਗੀ। ਪੇਡ ਫਾਰ ਇਟ, ਦੇ ਹੈਵ ਬੀਨ ਇੰਪਲਾਇਡ ਫਾਰ ਇਟ। ਇਹ ਉਹਨਾਂ ਦੀ ਡਿਊਟੀ ਹੈ ਜੀ। ਉਹ ਇਟਸ ਡਿਰੈਕਸ਼ਨ ਆਫ ਡਿਊਟੀ। ਇਹ ਮਤਲਬ ਸਿਰਫ ਆਰਡਰ ਓਬੇ ਕਰਨ ਦੀ ਗੱਲ ਨਹੀਂ ਹੈਗੀ ਵੀ ਆਰਡਰ ਨਹੀਂ ਓਬੇ ਕੀਤੇ, ਇਟਸ ਡਿਰੈਕਸ਼ਨ ਆਫ ਡਿਊਟੀ। ਬਿਲਕੁਲ ਐਕਸਪਲੇਨ ਕਰ ਰਹੇ ਇਹ ਡਰੱਗ ਰੈਕਟ ਜਿਹੜੇ ਇਹ ਪ੍ਰੋਸਟੀਟਿਊਸ਼ਨ ਰੈਕਟਸ ਇਹ ਕੀ ਗੱਲ, ਇਹ ਕੋਈ ਵੀ ਬੰਦਾ ਨਹੀਂ ਸਮਝਦਾ ਵੀ ਇਹ ਜੇ ਪੁਲਿਸ ਦੀ ਇਨਵੋਲਵਮੈਂਟ ਜਾਂ ਕੋਈ ਕਿਸੇ ਤਰ੍ਹਾਂ ਦੀ ਐਕਸਪੈਕਟ ਨਹੀਂ ਹੈਗੀ ਜੀ ਉਹ ਨਹੀਂ ਚੱਲ ਸਕਦੇ। ਇਹ ਹੈਗੀ ਤੇ ਡਿਸਮੈਂਟਲ ਕਿਉਂ ਨਹੀਂ ਕੀਤਾ ਹਾਲੇ ਤੱਕ ਇਹਨਾਂ ਨੇ? ਬਿਲਕੁਲ ਜੀ ਜੀ। ਅਖੀਰਲਾ ਮੇਰਾ ਸਿਰਫ ਵਾਕਈ ਅਖੀਰਲਾ ਸਵਾਲ ਹੈ ਕਿ ਜੇਕਰ ਸਰਕਾਰ ਨੇ ਇੰਡਸਟਰੀਅਲ ਸਿਕਿਉਰਿਟੀ ਫੋਰਸ ਬਣਾਈ ਹੈ, ਇੰਡਸਟਰੀ ਨੂੰ ਆਪਣੀ ਫੋਰਸਸ ਰੱਖਣ ਦੇ ਅਧਿਕਾਰ ਦੇ ਦਿੱਤੇ, ਬੈਂਕਾਂ ਨੂੰ ਅਧਿਕਾਰ ਦੇ ਦਿੱਤੇ, ਕਸਟਮਸ ਐਂਡ ਸੈਂਟਰਲ ਐਕਸਾਈਜ਼ ਨੂੰ ਆਪਣੇ ਅਧਿਕਾਰ ਦੇ ਦਿੱਤੇ, ਔਰ ਇਸ ਦੇ ਇਲਾਵਾ ਪ੍ਰਾਈਵੇਟ ਜਿਹੜੀਆਂ ਫੋਰਸਸ ਹੈਗੀਆਂ ਕੋਈ ਰਘਵੀਰ ਸੈਨਾ, ਰਣਬੀਰ ਸੈਨਾ, ਹੋਰ ਕਈ ਸੈਨਾਵਾਂ ਬਣਾਈਆਂ ਉਹਨਾਂ ਨੂੰ ਅਧਿਕਾਰ ਦੇ ਦਿੱਤੇ, ਮਗਰ ਇਹ ਇੱਕ ਸਰਕਾਰ ਦੇ ਕੋਲ ਕੋਈ ਪਾਵਰ ਨਾ ਦੇਣੀ, ਇਹਦਾ ਮਤਲਬ ਹੈਗਾ ਕਿ ਸਰਕਾਰ ਨੂੰ ਸਿਰਫ ਉਹ ਕਹਿ ਰਿਹਾ ਹੈ ਕਿ ਤੁਸੀਂ ਇੱਕ ਆਰਨਾਮੈਂਟਲ ਪੀਸ ਬਣ ਕੇ ਰਹੋ, ਫਿਰ ਸਾਨੂੰ ਕੋਈ ਦਿੱਕਤ ਨਹੀਂ। ਇਹੀ ਕਹਿਣਾ ਚਾਹੁੰਦੀ ਹੈ। ਜਿਹੜਾ ਦਾਵਾ ਆ ਇਹ ਡੈਮੋਕ੍ਰੇਸੀ ਦਾ ਤੇ ਡੈਮੋਕ੍ਰੈਟਿਕ ਨੇਚਰ ਹੋਣ ਦਾ ਤੇ ਮਾਈਂਡਸੈਟ ਹੋਣ ਦਾ, ਉਹਦੇ ਉਲਟ ਆ ਜੀ। ਬੜੀ ਸਾਫ਼ ਜੀ ਗੱਲ ਹੈ ਕਿ ਜੇ ਹੁਣ ਕਿਸੇ ਨੂੰ ਕੰਪਲੇਂਟ ਆ ਉਹ ਗ੍ਰਹਿ ਮੰਤਰੀ ਕੇਂਦਰ ਦੇ ਨੂੰ ਲੱਭਦਾ ਫਿਰੇ ਜਾਂ ਗ੍ਰਹਿ ਸਕੱਤਰ ਨੂੰ ਲੱਭੇ। ਮਤਲਬ ਇਹ ਕਿਹੋ ਜਿਹਾ ਡੈਮੋਕ੍ਰੈਟਿਕ ਮਾਡਲ ਹੈ ਕਿ ਉਹ ਆਪਣਾ ਜਿਹੜਾ ਦਿੱਲੀ ਦਾ ਇਲੈਕਟਡ ਰਿਪਰੈਜ਼ੈਂਟੇਟਿਵ ਆ ਜਾਂ ਤਾਂ ਕਹਿਣ ਠੀਕ ਹੈ ਜੀ ਇਲੈਕਟਡ ਰਿਪਰੈਜ਼ੈਂਟੇਟਿਵ ਦੀ ਜਿਹੜੀ ਡੋਮੀਨੈਂਸ ਹੈ ਉਹ ਹੋਣੀ ਨਹੀਂ ਚਾਹੀਦੀ, ਜਿਹੜੀ ਉਹਨਾਂ ਦੀ ਉਹ ਸੁਪਰਮੇਸੀ ਆ ਓਵਰ ਦੀ ਫੇਸ਼ੀਅਲ ਮਸ਼ੀਨਰੀ ਉਹ ਨਾ ਹੋਵੇ। ਇੰਟਰਫੇਰੈਂਸ ਦੀ ਜਿਹੜੀ ਗੱਲ ਹੈ ਨਾ, ਇੰਟਰਫੇਰੈਂਸ ਜਿੱਥੇ ਇਹ ਪੋਲੀਟੀਕਲ ਇੰਟਰਫੇਰੈਂਸ ਕਹਿ ਕੇ ਨਹੀਂ ਸਿਰਫ ਇਹਨੂੰ ਰੱਦ ਕੀਤਾ ਜਾ ਸਕਦਾ। ਤੁਸੀਂ ਦੱਸੋ ਕਿ ਜੇ ਦਿੱਲੀ ਪੁਲਿਸ 'ਚ ਪੋਲੀਟੀਕਲ ਇੰਟਰਫੇਰੈਂਸ ਨਹੀਂ ਸੀਗੀ ਹੁਣ ਤੱਕ, ਜਿਹੜੀ ਕਹਿੰਦੇ ਕਿ ਹੁਣ ਹੋ ਜਾਊਗੀ, ਤੇ ਉਹ ਕਿੱਡਾ ਕੁ ਵਧੀਆ ਕੰਮ ਕਰ ਰਿਹਾ ਸੀ। ਰੇਲਵੇ 'ਚ ਪੋਲੀਟੀਕਲ ਇੰਟਰਫੇਰੈਂਸ ਲੋਕਲ ਲੈਵਲ ਤੇ ਨਹੀਂ ਹੈਗੀ, ਕਸਟਮਸ 'ਚ ਨਹੀਂ ਹੈਗੀ ਜੀ ਜੀ, ਹੋਰ ਕਈ ਮਹਿਕਮੇ 'ਚ ਨਹੀਂ ਹੈਗੀ, ਉਹਨਾਂ 'ਚ ਭ੍ਰਿਸ਼ਟਾਚਾਰ ਹੈ ਨਹੀਂ। ਬਿਲਕੁਲ, ਇਹ ਹਿੰਦੁਸਤਾਨ ਦੇ ਸਾਬਕਾ ਗ੍ਰਹਿ ਸਕੱਤਰ ਦਾ ਇਹ ਬਿਆਨ ਕਿ ਗ੍ਰਹਿ ਮੰਤਰੀ ਇਹਦੇ 'ਚ ਫਲਾਣੇ ਕੇਸ ਦਾਊਦ ਇਬਰਾਹਿਮ ਦੇ ਕੇਸ 'ਚ ਜਿੱਥੇ ਨਾਲ ਰਿਲੇਟਡ ਸੀਗਾ ਬੈਟਿੰਗ ਨਾਲ, ਹੀ ਹੈਜ਼ ਬੀਨ ਇੰਟਰਫੇਰਿੰਗ ਇਨਟੂ ਇਟ। ਠੀਕ ਹੈ, ਬਿਲਕੁਲ ਬਿਲਕੁਲ। ਤੁਹਾਡੀ ਟਿੱਪਣੀ ਬੜੀ ਕਾਫੀ ਅਹਿਮ ਹੈ ਔਰ ਅਖੀਰ ਦੇ ਵਿੱਚ ਇੱਕ ਗੱਲ ਕਹੀ ਜਾ ਸਕਦੀ ਹੈ, ਕੋਈ ਕਹਿ ਰਿਹਾ ਸੀ ਕਿ ਬਾਕੀ ਮੁਲਕਾਂ ਵਿੱਚ ਵੀ ਕਰਪਸ਼ਨ ਹੈ ਪਰ ਹਾਇਰ ਲੈਵਲ ਦੇ ਉੱਤੇ ਹੈ, ਲੋਅਰ ਲੈਵਲ ਤੇ ਨਹੀਂ, ਤੇ ਉਹਦਾ ਕਿਸੇ ਨੇ ਜਵਾਬ ਦਿੱਤਾ ਸੀ ਹਾਂ ਹਿੰਦੁਸਤਾਨ ਵਿੱਚ ਲੋਅਰ ਲੈਵਲ ਦੇ ਬੰਦੇ ਹਾਇਰ ਲੈਵਲ ਦੀ ਕਰਪਸ਼ਨ ਕਰਦੇ ਹੈ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਸਮਾਂ ਦੇਣ ਲਈ, ਔਰ ਬਹੁਤ ਬਹੁਤ ਸ਼ੁਕਰੀਆ ਆਈਪੀ ਸਿੰਘ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ। ਸੋ ਪਿਆਰੇ ਦਰਸ਼ਕੋ, ਸਮਾਂ ਹੈ ਇੱਕ ਵਕਫੇ ਦਾ, ਉਹਦੇ ਬਾਅਦ ਤੁਸੀਂ ਸਾਨੂੰ ਆਪਣੇ ਵਿਚਾਰ ਜ਼ਰੂਰ ਕਾਲ ਕਰਕੇ ਦੱਸ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਇੱਕ ਵਕਫਾ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਟਾਈਮਜ਼ ਆਫ ਇੰਡੀਆ ਦੇ ਆਈਪੀ ਸਿੰਘ ਜੀ ਦੇ ਨਾਲ ਪੰਜਾਬ ਦੇ ਵੱਖ-ਵੱਖ ਮਸਲੇ ਜਿਹੜੇ ਸਾਡੇ ਸਾਰਿਆਂ ਨੂੰ ਜਿਹਦਾ ਤਲਕ ਵੀ ਹੈ, ਕੰਸਰਨਡ ਵੀ ਹਾਂ, ਔਰ ਸਾਡੀ ਉਹਦੇ ਨਾਲ ਚਿੰਤਾ ਵੀ ਹੈ ਔਰ
ਭਾਵਨਾਤਮਕ ਤੌਰ ਦੇ ਉੱਤੇ ਅਸੀਂ ਜੁੜੇ ਵੀ ਹੋਏ ਹਾਂ। ਉਹਨਾਂ ਨੇ ਬਹੁਤ ਹੀ ਬੇਬਾਕੀ ਦੇ ਨਾਲ ਉਹ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਕਿ ਜਿਹੜੇ ਉਹਨਾਂ ਨੇ ਦੱਸਿਆ ਹੈ ਕਿ ਜਿਸ ਤਰੀਕੇ ਦੇ ਨਾਲ ਡਰੱਗਸ ਦੇ ਬਾਰੇ, ਹਿਊਮਨ ਰਾਈਟਸ ਦੇ ਬਾਰੇ ਜਿਹੜੀ UNO ਦੀ ਰਿਪੋਰਟ ਆਈ ਹੈ, ਜਿਹਦੇ ਵਿੱਚ ਪੰਜਾਬ ਸਰਕਾਰ ਨੂੰ ਉਹਨਾਂ ਦੇ ਉੱਤੇ ਬੜੀ ਤਿੱਖੀ ਟਿੱਪਣੀ ਵੀ ਕੀਤੀ ਹੈ, ਔਰ ਇਸ ਦੇ ਇਲਾਵਾ ਜਿਹੜੀ ਦਿੱਲੀ ਦੇ ਵਿੱਚ ਕਿਸ ਕਿਸਮ ਦੀ ਜੋ ਹਾਲਾਤ ਚੱਲ ਰਹੇ ਹਨ, ਕੀ ਉਹ ਸਰਕਾਰ ਬਚੇਗੀ, ਕੀ ਸਰਕਾਰ ਰਹਿਣ ਦੇਣਗੇ, ਕਿਉਂਕਿ ਸਾਰੀਆਂ ਪਾਰਟੀਆਂ, ਇੱਕ ਗੱਲ ਬੜੀ ਸਪਸ਼ਟ ਹੈ ਕਿ ਇਸ ਹਾਲਤ ਦੇ ਵਿੱਚ ਭਾਵੇਂ ਕਾਂਗਰਸ ਹੈ ਭਾਵੇਂ ਭਾਰਤੀ ਜਨਤਾ ਪਾਰਟੀ, ਇਹ ਦੋਨੋਂ ਪਾਰਟੀਆਂ ਹੈ, ਪਰ ਦੋਨਾਂ ਦਾ ਰੁਖ ਬਿਲਕੁਲ ਇੱਕ ਹੈ ਕਿ ਕੋਈ ਤਬਦੀਲੀ ਨਹੀਂ ਹੋਣੀ ਚਾਹੀਦੀ। ਮੁੱਖ ਮੰਤਰੀ ਦਾ ਕੰਮ ਸਿਰਫ ਦਫ਼ਤਰ ਦੇ ਵਿੱਚ ਬਹਿਣਾ ਹੈ, ਉਹਨਾਂ ਦਾ ਕੰਮ ਆਮ ਲੋਕਾਂ ਨੂੰ ਮਿਲਣਾ ਨਹੀਂ ਹੈ। ਸੋ ਤੁਹਾਡੇ ਵਿਚਾਰਾਂ ਦੀ ਸਾਨੂੰ ਉਡੀਕ ਹੈ। ਹੈਲੋ ਹੈਲੋ, ਹਾਂਜੀ ਵੀਰ ਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਬਖਸ਼ ਸਿੰਘ ਢਿੱਲੋਂ ਅਮਰੀਕਾ ਤੋਂ ਬੋਲਦਾ। ਜੀ 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 ਢਿੱਲੋਂ ਸਾਹਿਬ ਜੀ ਆਇਆਂ ਨੂੰ ਜੀ। ਹੁਕਮ ਕਰੋ, ਕੀ ਤੁਹਾਡੀ ਬੜੀ ਐਕਸਪਰਟ ਓਪੀਨੀਅਨ ਹੁੰਦਾ ਹੈ, ਤੁਸੀਂ ਕੀ? ਬਿਲਕੁਲ, ਹਾਂਜੀ। ਮੈਂ ਤੇ ਤੁਹਾਡਾ ਪ੍ਰੋਗਰਾਮ ਬੜੇ ਚਾਅ ਨਾਲ ਸੁਣਨਾ ਜੀ ਜੀ, ਕਿਉਂਕਿ ਬਹੁਤ ਸੋਹਣੇ ਤੁਸੀਂ ਮੁੱਦੇ ਤੇ ਬੜੀਆਂ ਸੁਰਖੀਆਂ ਚਮਕੀਲੀਆਂ ਲਿਆਉਂਦੇ ਹੋ ਜੀ। ਅੱਜ ਤੁਸੀਂ ਬਹੁਤ ਸੋਹਣਾ ਇੱਕ ਖਬਰਨਾਮਾ ਦਿੱਤਾ ਹੈ ਭਈ ਰਾਹੁਲ ਮੰਨ ਗਿਆ ਹੈ ਇਸ ਗੱਲ ਨੂੰ ਵੀ ਜੈਨ ਮਤ ਵਾਲਿਆਂ ਨੂੰ ਕਹਿੰਦਾ ਹੈ ਵੀ ਅਸੀਂ ਤੁਹਾਡੀ ਵੱਖਰੀ ਗੱਲ ਕਰ ਦਿੰਦੇ ਆ ਵੀ ਤੁਸੀਂ ਹਿੰਦੂ ਨਹੀਂ ਮੰਨਣਾ ਚਾਹੁੰਦੇ ਤੇ ਤੁਹਾਡਾ ਵੱਖਰਾ ਮਜ਼ਹਬ ਤੇ ਫੇਥ ਹੈ। ਜੀ ਜੀ। ਤੇ ਜੈਨਿਜ਼ਮ ਦੀ ਬੜੀ ਮੈਂ ਮਤਾਲਿਆ ਕੀਤੀ ਹੈ, ਡੂੰਘੀ ਰਿਸਰਚ ਕੀਤੀ ਹੈ ਜੀ। ਉਹਨਾਂ ਦੀਆਂ ਬੜੀਆਂ ਗੱਲਾਂ ਹਿੰਦੂਇਜ਼ਮ ਨਾਲ ਸਿਮਿਲਰ ਨੇ ਜੀ। ਉਹ ਕਲੀਨ ਸ਼ੇਵਲ ਨੇ, ਉਹ ਤਿਲਕ ਲਾਉਂਦੇ ਨੇ, ਉਹ ਆਪਣਾ ਉਸ ਤਰ੍ਹਾਂ ਹੀ ਪੂਜਾ ਅੱਗੇ ਬੁੱਤਾਂ ਦੇ ਕਰਕੇ ਕਰਦੇ ਨੇ, ਨਮਸਤੇ ਉਸ ਤਰ੍ਹਾਂ ਹੀ ਆਖਦੇ ਨੇ। ਆਈ ਕੈਨ ਕੀਪ ਔਨ ਐਂਡ ਔਨ, ਆਈ ਕੈਨ ਫॉर ਐਨ ਆਵਰ ਔਨ ਇਟ, ਪਰ ਟਾਈਮ ਨਹੀਂ ਹੈਗਾ। ਹਾਂਜੀ। ਤੇ ਉਹ ਕੋਈ ਗਿਣਤੀ ਵਿੱਚ ਵੀ 2-4 ਮਿਲੀਅਨ ਦੇ ਹੀ ਨੇ ਹਿੰਦੁਸਤਾਨ ਚ, ਬਹੁਤੇ ਨਹੀਂ ਹੈਗੇ ਜੀ। ਤੇ ਸਿੱਖਾਂ ਦੀ ਕੋਈ ਚੀਜ਼ ਨਹੀਂ ਹਿੰਦੂਆਂ ਨਾਲ ਮਿਲਦੀ, ਇੱਕ ਚੀਜ਼ ਨਹੀਂ, ਇੱਕ ਦੱਸਣ ਇੱਕ ਸਿਮਿਲਰ ਹੋਵੇ ਤੇ ਕੋਈ 28-30 ਮਿਲੀਅਨ ਅਸੀਂ। ਔਰ ਆਪਣਾ ਕਾਨ ਸਿੰਘ ਨਾਭੇ ਵਾਲੇ ਨੇ ਬਹੁਤ ਸੋਹਣਾ ਕਿਤਾਬ ਚ ਲਿਖਿਆ ਤੇ ਹਮ ਹਿੰਦੂ ਨਹੀਂ ਹੈ। ਔਰ ਸਾਡੀ 550 ਸਾਲ ਹਿਸਟਰੀ ਹੈ ਜਿਹਦੇ ਵਿੱਚ ਸਾਰੇ ਹਿੰਦੂ ਸਕਾਲਰਾਂ ਨੇ, ਮੁਸਲਮਾਨ ਸਕਾਲਰਾਂ ਨੇ, ਕ੍ਰਿਸਚੀਅਨ ਸਕਾਲਰਾਂ ਨੇ ਸਾਡੀ ਹਿਸਟਰੀ ਲਿਖੀ ਹੈ ਤੇ ਉਹਦੇ ਚੋਂ ਜ਼ਾਹਰ ਹੁੰਦਾ ਹੈ ਵੀ ਸਾਡਾ ਕੋਈ ਲੈਣਾ ਦੇਣਾ ਹੀ ਨਹੀਂ ਹਿੰਦੂਆਂ ਵੀਰਾਂ ਨਾਲ। ਤੇ ਉਹ ਕਿਉਂ ਨਹੀਂ ਇਸ ਚੀਜ਼ ਨੂੰ ਲਹਿਦਾ ਕਰ ਦਿੰਦੇ, ਮੰਨਦੇ? ਕਿਉਂ ਘੜੀ ਮੁੜੀ ਆਂਦੇ ਨੇ ਵੀ ਇਹ ਸਾਡੀ ਸ਼ਾਖ ਆ ਤੇ ਸਾਡੇ ਚੋਂ ਨਿਕਲੇ ਆ? ਸਿੱਖੀਜ਼ਮ ਕੋਈ ਵੱਖਰੀ ਚੀਜ਼ ਨਹੀਂ ਹੈ। ਜੀ 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 ਜੀ, ਬਿਲਕੁਲ ਤੁਹਾਡੇ ਵਿਚਾਰ ਜਿਹੜੇ ਹੈ ਬਹੁਤ ਅਹਿਮ ਹੈ। ਗੱਲ ਇਹ ਹੈ ਕੋ ਕਿਸੇ ਵੀ ਕੌਮ ਦਾ ਜ਼ਰੂਰੀ ਹੁੰਦਾ ਹੈ ਕਿ ਉਹ ਡਿਸਾਈਡ ਕਰਨ ਉਹ ਕੀ ਚਾਹੁੰਦੇ ਹੈ। ਜਦੋਂ ਬਿਲਕੁਲ ਸਪਸ਼ਟ ਹੈ ਔਰ ਇਹ ਮੰਗ ਸਰਕਾਰ ਨੇ ਮੰਨੀ ਵੀ, ਸੰਵਿਧਾਨ ਵਿੱਚ ਵੀ ਜ਼ਿਕਰ ਹੈ, ਪਰ ਇਸ ਨੂੰ ਕਾਨੂੰਨੀ ਤੌਰ ਦੇ ਉੱਤੇ ਪਰਸਨਲ ਲਾਅ ਨਾ ਦੇਣਾ, ਇਹਦੇ ਵਿੱਚ ਸਰਕਾਰ ਦਾ ਤਾਂ ਹੈ ਹੀ ਹੈ, ਬਲਕਿ ਸਾਡੀ ਵੀ ਲੀਡਰਸ਼ਿਪ ਦੀ ਵੀ ਕਮਜ਼ੋਰੀ ਹੈ। ਇਸ ਨੂੰ ਅਸੀਂ ਨਹੀਂ ਚੁੱਕ ਸਕੇ। ਬਹੁਤ ਬਹੁਤ ਧੰਨਵਾਦ। ਹੈਲੋ, ਹਾਂਜੀ ਹਾਂਜੀ, ਕੌਣ ਬੋਲ ਰਹੇ ਜੀ? ਮੈਂ ਸੁਖਰਾਮ ਸਿੰਘ ਤੋਂ ਬੋਲ ਰਿਹਾ, ਮੈਂ ਹੀ ਹਾਂ ਟੀਵੀ ਤੇ। ਜੀ ਜੀ, ਤੁਸੀਂ ਬੋਲ ਰਹੇ ਹੋ ਜੀ? ਹਾਂਜੀ, ਹੁਕਮ ਕਰੋ। ਆਹੀ ਮੈਂ ਤਾਂ ਨਹੀਂ, ਤਾਂ ਹੋਰ ਕੋਈ ਬੋਲਦੇ ਜੀ? ਹਾਂਜੀ, ਮੈਂ ਹੁਣ ਸ਼ੁਰੂ ਕਰਾਂ ਕਿ ਬੋਲ ਰਿਹਾ? ਹਾਂਜੀ ਹਾਂਜੀ, ਬੋਲੋ ਜੀ, ਬੋਲੋ, ਤੁਹਾਡੀ ਗੱਲ। ਸੁਖਰਾਮ ਸਿੰਘ ਤੋਂ ਬੋਲ ਰਿਹਾ, ਤੁਹਾਡਾ ਲੱਖ ਲੱਖ ਵਧਾਈਆਂ। ਜੀ ਜੀ, ਤੁਸੀਂ ਬਹੁਤ ਸੋਹਣੇ ਪ੍ਰੋਗਰਾਮ ਲੈ ਕੇ ਆਉਂਦੇ ਹੋ। ਮੈਂ 1 ਮਿੰਟ ਵੀ ਵੈਨਕੂਵਰ ਤੋਂ ਬੋਲ ਰਿਹਾ। ਜੀ ਜੀ, ਹੁਕਮ ਕਰੋ। ਹਾਂਜੀ ਜੀ, ਮੈਂ ਪਹਿਲਾਂ ਤਾਂ ਕਰਪਸ਼ਨ ਤੇ ਬੋਲੂਗਾ। ਜ਼ਰੂਰ ਬੋਲੋ। ਹਾਂਜੀ, ਵੀ I would like to speak in English first of all. ਤੁਸੀਂ ਪੰਜਾਬੀ ਚ ਬੋਲੋ ਤੇ ਬਹੁਤ ਚੰਗੀ ਗੱਲ ਹੋਏਗੀ। ਮੈਂ ਫਿਰ ਇਹ ਬਾਕੀ ਪੰਜਾਬੀ ਚ ਬੋਲੂਗਾ। ਅੱਛਾ, ਚਲੋ। ਹਾਂਜੀ ਹਾਂਜੀ, ਦੱਸੋ ਸੰਖੇਪ ਵਿੱਚ। With the dawn of independence, ਹਾਂਜੀ, ਤੁਸੀਂ ਟੀਵੀ ਦੀ ਆਵਾਜ਼ ਜ਼ਰੂਰ ਬੰਦ ਕਰੋ ਜੇ ਤੁਸੀਂ ਆਪਣਾ ਸੁਨੇਹਾ ਦੇਣਾ ਚਾਹੁੰਦੇ ਹੋ। ਹਾਂਜੀ ਹਾਂਜੀ ਹਾਂਜੀ, ਟੀਵੀ। ਸੁਖਰਾਮ ਸਿੱਧੂ ਜੀ। ਹਾਂਜੀ ਹਾਂਜੀ। With the dawn of independence, we got a very black record of corruption. The chief minister, ministers of the parliament, member of the parliament have been found guilty, making a low use of their high offices.
जी जी even the judges of the High Court have been found guilty producing forged certificates to prolong the period of their services. जी 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 Naturally, the question arises: are we corrupt nation? We hesitate to try. No doubt about a long time for corruption was even Ram Raja. ਚਲੋ ਸਮਾਂ ਸਿੱਧੂ ਸਾਹਿਬ ਸਮਾਂ ਬਹੁਤ ਥੋੜਾ ਹੈ, ਜੇ ਤੁਸੀਂ ਕੋਈ ਖਾਸ ਸੁਨੇਹਾ ਦੇਣਾ ਚਾਹੁੰਦੇ ਹੋ ਜ਼ਰੂਰ ਦੇ ਦਿਓ, ਕਿਉਂਕਿ ਵੀ ਉਹ ਜੇ ਕਹਿੰਦੇ ਨਾ ਵੀ ਮੈਂ ਪੰਜਾਬੀ ਸੁਨੇਹਾ ਬੋਲਣਾ। ਹਾਂਜੀ ਬੋਲੋ ਜੀ, ਦੱਸੋ, ਕਿਉਂਕਿ ਸਮਾਂ ਖਤਮ ਹੋ ਗਿਆ। ਹਾਂਜੀ ਵਾਈਫ ਚਾਚੀ ਹੁੰਦੀ ਹੈ ਤੇ ਮਾੜੇ ਦੀ ਵਾਈਫ ਹਮੇਸ਼ਾ ਭਰਜਾਈ ਦੀ ਹੈ। ਠੀਕ ਹੈ, ਸਮਝ ਗਏ ਜੀ, ਤੁਹਾਡਾ ਸੁਨੇਹਾ ਬਹੁਤ ਅਹਿਮ ਹੈ ਜਿਹੜਾ ਤੁਸੀਂ ਦਿੱਤਾ। ਹੈਲੋ, ਹਾਂਜੀ ਕੌਣ ਬੋਲ ਰਹੇ ਜੀ? ਸਤਿ ਸ੍ਰੀ ਅਕਾਲ ਜੀ, ਮੈਂ ਸ਼ਮਸ਼ੇਰ ਸਿੰਘ ਬੋਲਦਾ ਜੀ, ਲਾਸ ਐਂਜਲਸ ਤੋਂ। ਜੀ ਸ਼ਮਸ਼ੇਰ ਸਿੰਘ ਜੀ, ਜੀ ਆਇਆਂ ਨੂੰ, ਹੁਕਮ ਕਰੋ। ਜਦੋਂ ਨਾ ਪੈਨ ਵੱਲੋਂ ਜੋ ਚਿੱਠੀ ਰਿਲੀਜ਼ ਹੋਈ ਆ ਜਾਂ ਲੀਕ ਹੋਈ ਆ, ਇਹਦੇ ਸੰਬੰਧੀ ਮੀਡੀਆ ਗੱਲ ਕਰਦਾ, ਹਾਂਜੀ, ਤਾਂ ਮੀਡੀਆ ਇਸ ਤਰੀਕੇ ਨਾਲ ਗੱਲ ਕਰਦਾ ਵੀ ਦਰਬਾਰ ਸਾਹਿਬ ਤੇ ਹਮਲੇ ਦਾ ਸਾਰਾ ਜਿਹੜਾ ਦੋਸ਼ ਆ ਇੰਗਲੈਂਡ ਸਰ ਹੋਵੇ। ਜੀ ਜੀ, ਹਾਲਾਂਕਿ ਉਹ ਚਿੱਠੀ ਭਾਰਤ ਸਰਕਾਰ ਵੱਲੋਂ ਮੰਗੀ ਗਈ ਰਾਏ ਦੇ ਜਵਾਬ ਵਿੱਚ ਹੀ ਦਿੱਤੀ ਗਈ ਹੈ। ਠੀਕ ਹੈ ਜੀ, ਬਹੁਤ ਬਹੁਤ। ਦਰਬਾਰ ਸਾਹਿਬ ਦਾ ਜੋ ਮੁੱਖ ਦੋਸ਼ੀ ਆ ਉਸ ਨੂੰ ਲੁਕਾਉਣ ਦੀ ਕਿਉਂ ਕੋਸ਼ਿਸ਼ ਕੀਤੀ ਜਾਂਦੀ ਆ? ਬਿਲਕੁਲ ਨਹੀਂ ਲੁਕੇਗਾ ਜੀ, ਜਿਹੜਾ ਸੱਚ ਹੈ ਉਹ ਕਦੇ ਵੀ ਨਹੀਂ ਲੁਕਦਾ, ਉਹ ਸਾਹਮਣੇ ਜ਼ਰੂਰ ਆਏਗਾ। ਸੋ ਸਮਾਂ ਹੁਣ ਬਿਲਕੁਲ ਇਜਾਜ਼ਤ ਨਹੀਂ ਦੇ ਰਿਹਾ, ਤੇ ਤੁਸੀਂ ਜ਼ਰੂਰ ਆਪਣੇ ਵਿਚਾਰ lamba@punjabi.tv ਦੇ ਉੱਤੇ ਜ਼ਰੂਰ ਭੇਜੋ, ਔਰ ਇਸ ਮੁੱਦੇ ਦੇ ਉੱਤੇ ਅਸੀਂ ਤੁਹਾਡੇ ਨਾਲ ਬਹੁਤ ਵਿਸਥਾਰ ਸਹਿਤ ਗੱਲ ਕਰਾਂਗੇ, ਔਰ ਤੁਹਾਨੂੰ ਕਾਫੀ ਜਾਣਕਾਰੀ ਭਰਪੂਰ ਪ੍ਰੋਗਰਾਮ ਲੈ ਕੇ ਵੀ ਆਵਾਂਗੇ। ਤੇ ਹੁਣ ਸਮਾਂ ਸਮਾਪਤ ਹੈ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।